गाभो गाभो कामणी विवेक विचार। 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 हमरे कर आया जग जीवन पतार। हमरे कर आया जग जीवन पतार। गाभो गाभो कामणी विवेक विचार। गाभो गाभो कामणी विवेक विचार। कर कृपा अपने कर आया। तामिल सखियां काज रचाया। खेल देख मन आनंद पया। खेल देख मन आनंद पया। शोभिया आया। शोभिया आया। गाभो गाभो कामणी विवेक विचार। गाभो गाभो कामणी विवेक विचार। हमरे कर आया जग जीवन पतार। हमरे कर आया जग जीवन पतार। गाभो गाभो कामणी विवेक विचार। गाभो गाभो कामणी विवेक विचार। गुरुद्वारे हमरा व्याज हो जाशो मिले ता जाने
जाशो मिलिया ता जानिया ते लोकां में शब्द रविया है ते लोकां में शब्द रविया आप गया मन मानिया आप गया मन मानिया गाहु गाहु कामणी विवेक विचार गाहु गाहु कामणी विवेक विचार हमरे कर आया जग जीवन पतार हमरे कर आया जग जीवन पतार गाहु गाहु कामणी विवेक विचार गाहु गाहु कामणी विवेक विचार अपना कारज आप सवारे अपना कारज आप सवारे होरन कारज ना होई होरन कारज ना होई जित कारज सत संतोख दया तरम है जित कारज सत संतोख दया तरम है गुरमुख बूझे कोई गुरमुख बूझे कोई गाहु गाहु कामणी विवेक विचार गाहु गाहु कामणी विवेक विचार हमरे कर आया जग जीवन पतार हमरे कर जग जीवन पतार गाहु गाहु कामणी विवेक विचार गाहु गाहु कामणी विवेक विचार
पंत नानक सबना का फिरे को सोए, जिसनो नदर करे ससुहागण होए। जिसनो नदर करे ससुहागण होए। जिसनो नदर करे ससुहागण हो। जिसनो नदर करे ससुहागण हो। गाहु गाहु कामणी विवेक विचार। गाहु गाहु कामणी विवेक विचार। हमरे कर आया जग जीवन पता। हमरे कर आया जग जीवन बता। गाहु गाहु कामणी विवेक विचार। गाहु गाहु कामणी विवेक विचार। हमरे कर आया जग जीवन पतार। रहाओ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ 351 ਭਾਵ 351 ਅੰਕ ਦੇ ਸੁਸ਼ੋਭਿਤ ਹੈ। ਸ਼ਬਦ ਦਾ ਸਿਰਲੇਖ ਹੈ ਆਸਾ ਮਹਿਲਾ ਪਹਿਲਾ। ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ। ਗੁਰੂ ਨਾਨਕ ਸਾਹਿਬ ਨੇ ਜਿਸ ਤਰ੍ਹਾਂ ਕਿ ਅਸੀਂ ਕੱਲ੍ਹ ਸਟਾਰਟ ਕਰਨ ਵੇਲੇ ਵਿਚਾਰ ਸਾਂਝ ਕੀਤੀ ਸੀ ਕਿ ਕਬੀਰ ਸਾਹਿਬ ਦੀ ਹੀ ਉਸੀ ਰਮਜ਼ ਨੂੰ ਖੋਲ੍ਹਿਆ ਹੈ ਕਿ ਇਸ ਅਵਸਥਾ ਨੂੰ ਪ੍ਰਾਪਤ ਕਿਵੇਂ ਕੀਤਾ ਜਾਂਦਾ ਹੈ। ਇੰਝ ਬਿਲਕੁਲ ਨਹੀਂ ਹੈ ਕਿ ਕਬੀਰ ਸਾਹਿਬ ਜਾਂ ਫਰੀਦ ਜੀ ਦੀ ਬਾਣੀ ਕਿੱਥੋਂ ਵੀ ਉਹਦੇ ਅੰਦਰ ਕੋਈ ਘਾਟ ਹੋਵੇ। ਕਈ ਸੱਜਣ ਇਸ ਤਰ੍ਹਾਂ ਕਹਿੰਦੇ ਹਨ ਕਿ ਜਿੱਥੇ ਘਾਟ ਸੀ ਉੱਥੇ ਗੁਰੂ ਸਾਹਿਬ ਨੇ ਉਸ ਨੂੰ ਸੁਧਾਰਿਆ, ਲੇਕਿਨ ਇਸ ਤਰ੍ਹਾਂ ਗੱਲ ਨਹੀਂ ਹੈ। ਸਾਰੀ ਬਾਣੀ ਪਰਫੈਕਟ ਹੈ ਔਰ ਸਾਨੂੰ ਪਰਫੈਕਸ਼ਨ ਵੱਲ ਜਾਂਦੀ ਹੈ। ਔਰ ਬਾਣੀ ਦੀ ਇਸ ਪਰਫੈਕਸ਼ਨ ਦੇ ਸਦਕਾ ਅਸੀਂ ਇਹ ਸਮਝਦੇ ਹਾਂ ਕਿ ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀਏ। ਦਰਅਸਲ ਬਾਣੀ ਤੇ ਸਤ ਸਰੂਪ ਹੈ, ਇਹਦੇ ਵਿੱਚ ਕੋਈ ਵੀ ਫਲੋ ਨਹੀਂ ਹੈ, ਕੋਈ ਵੀ ਮਿਕਸ ਨਹੀਂ ਹੈ। ਲੇਕਿਨ ਅਸੀਂ ਬਾਣੀ ਜਿਸ ਤਰ੍ਹਾਂ ਦੱਸਦੀ ਹੈ ਉਸ ਤਰ੍ਹਾਂ ਬਣਨਾ ਹੈ। ਇਹ ਗੁਰਮਤ ਦੀ ਟਾਸਕ ਹੈ, ਮੋਟੋ ਹੈ, ਗੋਲ ਹੈ ਕਿ ਮਨੁੱਖ ਨੂੰ ਰੱਬ ਜੀ ਨਾਲ ਇੱਕ ਮਿਕ ਕਰਨਾ ਹੈ, ਕਿਉਂਕਿ ਇਹ ਧੁਰ ਕੀ ਬਾਣੀ ਹੈ। ਗੁਰੂ ਨਾਨਕ ਸਾਹਿਬ ਅੱਜ ਸਾਨੂੰ ਸਮਝਾ ਰਹੇ ਨੇ ਕਿ ਕਬੀਰ ਜੀ ਦੀ ਜਿਹੜੀ ਅਵਸਥਾ ਬਣਦੀ ਹੈ। ਕਬੀਰ ਜੀ ਦੀ ਅਵਸਥਾ ਕੀ ਸੀ? ਕਬੀਰ ਜੀ ਕਹਿੰਦੇ ਨੇ ਗਾਵੋ ਗਾਉਰੀ ਦੁਲਹਨੀ ਗਾਉ ਗਾਉਰੀ ਦੁਲਹਨੀ ਮੰਗਲ ਚਾਰਾ ਮੰਗਲ ਚਾਰਾ मेरे ग्रह आए राजा राम पतारा। कबीर साहब कहते हैं मेरे घर रब जी आ गए ने। कल असी विचार चुके हैं रब जी किस तरह आते हैं। कबीर साहब की अवस्था विच रब जी के आने का मतलब की है। सुहागन मैं बनना चाहती क्यों आ, टास्क शुरू कित्थों हुई? ਉਹ ਸਾਰੀ ਕਬੀਰ ਸਾਹਿਬ ਦੀ ਜਿਹੜੀ ਉੱਚੀ ਅਵਸਥਾ ਹੈ, ਉਸ ਉੱਚੀ ਅਵਸਥਾ ਤੱਕ ਆਪਣਨ ਵਾਸਤੇ ਗੁਰੂ ਨਾਨਕ ਸਾਹਿਬ ਸਾਨੂੰ ਸਮਝਾਉਣ ਲੱਗੇ ਨੇ। ਸਾਧ ਸੰਗਤ ਜੀ, ਬਾਣੀ ਨੂੰ ਜਦੋਂ ਅਸੀਂ ਵਿਚਾਰਦੇ ਹਾਂ ਨਾ ਤਾਂ ਬਹੁਤ ਵਿਸਮਾਦਤ, ਜਿਸ ਨੂੰ ਬੜੇ ਆਨੰਦ ਦੀ, ਬੜੀ ਵੰਡਰ ਆਫ ਗੋਡ ਦੀ ਅਵਸਥਾ ਮਾਣਨ ਦਾ ਸਵਾਦ ਆਉਂਦਾ ਹੈ।
ਜਦੋਂ ਅਸੀਂ ਬਾਣੀ ਨੂੰ ਬਾਣੀ ਦੇ ਅੰਦਰੋਂ ਵਿਚਾਰਦੇ ਹਾਂ। ਹੁਣ ਗੁਰੂ ਨਾਨਕ ਸਾਹਿਬ ਸਮਝਾ ਰਹੇ ਨੇ ਕਿ ਜੇ ਤੂੰ ਕਬੀਰ ਸਾਹਿਬ ਦੀ ਅਵਸਥਾ, ਆਨੰਦ ਕਾਰਜ ਦੀ ਅਵਸਥਾ, ਮੈਂ ਕੱਲ੍ਹ ਇਹ ਪਹਿਲਾ ਪੁਆਇੰਟ ਸਾਂਝ ਕੀਤਾ ਸੀ, ਧਰਤੀ 'ਤੇ ਲੋਕਾਂ ਦਾ ਵਿਆਹ ਤੇ ਹੁੰਦਾ ਹੈ ਲੇਕਿਨ ਲੋਕਾਂ ਦੀ ਆਪਸ ਵਿੱਚ ਬਣਦੀ ਨਹੀਂ ਹੈ। ਔਰ ਆਮ ਤੌਰ 'ਤੇ ਵਟਸਐਪ ਵਿੱਚ ਵੀ ਸੁਣਿਆ ਆਇਆ ਕਿ ਜੇ ਕਹਿੰਦੇ ਨੇ ਜੋੜੀਆਂ ਜਗ ਥੋੜੀਆਂ ਔਰ ਨਰੜ ਬਥੇਰੇ, ਜੇ ਕਹਿੰਦੇ ਨੇ ਕਿ ਧਰਤੀ 'ਤੇ ਜਿਤਨੇ ਵੀ ਪਤੀ ਪਤਨੀ ਨੇ ਸਭ ਦੀ ਬਣਦੀ ਨਹੀਂ ਹੈ, ਔਰ ਫਿਰ ਨਾਲ ਹੀ ਕਹਿੰਦੇ ਨੇ ਉੱਤੋਂ ਧੁਰੋਂ ਲਿਖੀਆਂ ਆਈਆਂ ਨੇ ਜੋੜੀਆਂ, ਅਤੇ ਥੱਲੇ ਵਿਅੰਗ ਲਿਖਿਆ ਹੋਇਆ ਸੀ ਕਿ ਰੱਬ ਦੇ ਘਰ ਵਿੱਚ ਵੀ ਗਲਤੀ ਹੋ ਜਾਂਦੀ ਹੈ। ਲੇਕਿਨ ਰੱਬ ਜੀ ਦੇ ਘਰ ਅੰਦਰ ਕੋਈ ਗਲਤੀ ਨਹੀਂ। ਰੱਬ ਜੀ ਉੱਤੋਂ ਅਸਮਾਨ ਤੋਂ ਸੰਜੋਗ ਬਣਾ ਕੇ ਜੋੜੀਆਂ ਨਹੀਂ ਬਣਾਉਂਦੇ ਨੇ। ਇਹ ਸਾਡਾ ਭੁਲੇਖ ਹੈ। ਮੂੰਹੋਂ ਕਈ ਕਵਾਈ ਕੰਨੋਂ ਕੰਨੀ ਵਰਡ ਆਫ ਮਾਊਥ ਹੈ, ਇਟਸ ਨਾਟ ਫੈਕਟ। ਇਹ ਅਸੀਂ ਜਦੋਂ ਆਪ ਵਿਚਾਰਾਂਗੇ, ਸਾਡੀ ਬਾਹਰ ਤੁਹਾਨੂੰ ਪੁਸਤਕ ਮਿਲੇਗੀ ਜੀਵਨ ਜਾਚ ਦਾ ਖਜ਼ਾਨਾ ਵੋਲਿਊਮ 1 ਔਰ 2, 16 ਸ਼ਬਦਾਂ ਦੇ ਅਰਥ। ਫਿਰ ਤੁਹਾਨੂੰ ਇੱਕ ਪੁਸਤਕ ਮਿਲੇਗੀ ਦਿਲ ਨੂੰ ਦਿਲਾਂ ਦੀ ਰਾਹ, ਹਿੰਦੀ 'ਚ ਹੈ ਦਿਲ ਸੇ ਦਿਲੋਂ ਕੀ ਰਾਹ, ਅੱਜ ਕੱਲ੍ਹ ਇੰਗਲਿਸ਼ ਵਿੱਚ ਵੀ ਫਾਈਨਲ ਹੋਣ ਵਾਲੀ ਹੈ। ਉਹਦੇ ਅੰਦਰ ਅਸੀਂ 4 ਲਾਵਾਂ ਬੇਸਡ ਗੱਲ ਕੀਤੀ ਹੈ ਔਰ ਅਸੀਂ ਸਮਝਣ ਦਾ ਯਤਨ ਕੀਤਾ ਹੈ ਕਿ ਅਰੇਂਜਡ ਮੈਰਿਜ, ਜਿਹੜੀ ਸੋ ਕਾਲਡ ਅਰੇਂਜ ਮੈਰਿਜ ਔਰ ਸੋ ਕਾਲਡ ਲਵ ਮੈਰਿਜ ਹੈ, ਇਹਦੇ ਵਿਚਕਾਰ ਸਾਡੇ ਮਨ ਕੀ ਮਤ ਦੇ ਕ੍ਰਾਈਟੇਰੀਆ ਹੁੰਦੇ ਨੇ ਮੁੰਡਾ ਜਾਂ ਕੁੜੀ ਲੱਭਣ ਵਾਸਤੇ। ਰੱਬ ਜੀ ਦੇ ਪੱਖੋਂ ਤੇ ਅਸੀਂ ਵੇਖਦੇ ਹੀ ਨਹੀਂ ਹਾਂ। ਅਸੀਂ ਵੇਖਦੇ ਹਾਂ ਸਾਡੀ ਜ਼ਾਤ ਬਰਾਦਰੀ ਦਾ ਹੈ, ਅਸੀਂ ਵੇਖਦੇ ਹਾਂ ਉਹ ਮੁੰਡਾ ਛੜਾ ਹੈ, ਅਸੀਂ ਵੇਖਦੇ ਹਾਂ ਉਹਦੀ ਪ੍ਰਾਪਰਟੀ ਬੜੀ ਹੈ, ਅਸੀਂ ਵੇਖਦੇ ਹਾਂ ਕੁੜੀ ਉੱਚੇ ਕਰਦੀ ਹੈ ਦਾਜ ਬੜਾ ਲਿਆਏਗੀ, ਅਸੀਂ ਦੇਖਦੇ ਹਾਂ ਕੁੜੀ ਸੋਹਣੀ ਤੇ ਹੋਣੀ ਚਾਹੀਦੀ ਹੈ ਲੋਕਾਂ ਦੇ ਸਾਹਮਣੇ ਅਸੀਂ ਦੇਖਦੇ ਹਾਂ ਕੱਦ ਬੁੱਤ ਬਰਾਬਰ ਦੇ ਹੋਣੇ ਚਾਹੀਦੇ ਨੇ, ਅਸੀਂ ਦੇਖਦੇ ਹਾਂ ਕੰਪੈਟੀਬਿਲਿਟੀ ਆਫ ਦਾ ਡਿਗਰੀਜ਼। ਇਹ ਸਾਰਾ ਕ੍ਰਾਈਟੇਰੀਆ ਸਾਡਾ ਮੁੰਡੇ ਕੁੜੀ ਦਾ, ਮਾਤਾ ਪਿਤਾ ਦਾ ਅਤੇ ਸਾਡੇ ਸਮਾਜ ਦਾ ਹੈ। ਇਹ ਕ੍ਰਾਈਟੇਰੀਆ ਰੱਬ ਜੀ ਦਾ ਨਹੀਂ ਹੈ। ਰੱਬ ਜੀ ਨੇ ਕੋਈ ਐਸੇ ਸੰਜੋਗ ਨਹੀਂ ਬਣਾਏ ਨੇ। ਗੁਰਮਤ ਅਨੁਸਾਰ ਸੰਜੋਗ ਵਿਜੋਗ ਇਹ ਲੋਕਾਂ ਦੇ ਮਿਲਣ ਔਰ ਵਿਛੜਨ ਵਾਲਾ ਟੌਪਿਕ ਹੈ ਹੀ ਨਹੀਂ ਹੈ। ਸੰਜੋਗ ਵਿਜੋਗ ਦੋ ਇਕਾਰ ਚਲਾ ਮੈਂ ਲਿਖਿਆ ਹੋਇਆ ਭਾਗ ਜਪਜੀ ਸਾਹਿਬ ਦੀ ਪੁਸਤਕ ਵੀ ਤੁਹਾਨੂੰ ਬਾਹਰ ਮਿਲੇਗੀ ਔਰ ਪੈਨ ਡਰਾਈਵ ਮਿਲੇਗੀ ਜਿਹਦੇ 'ਚ ਅਸੀਂ ਸਾਂਝ ਕਰਦੇ ਹਾਂ। ਸੰਜੋਗ ਦਾ ਮਤਲਬ ਹੁੰਦਾ ਹੈ ਜਦੋਂ ਤੂੰ ਰੋਜ਼ ਆਪਣੇ ਆਪ ਨੂੰ ਸੱਚ ਦੀ ਸੰਗਤ 'ਚ ਲਿਜਾਵੇਂ ਤਾਂ ਤੇਰਾ ਰੱਬ ਜੀ ਦੇ ਨਾਲ ਸੰਜੋਗ ਪੋਸੀਬਲ ਹੋ ਜਾਂਦਾ ਹੈ। ਗੁਰਮਤਿ 'ਚ ਸੰਜੋਗ ਦਾ ਕੌਨਸੈਪਟ ਹੈ। ਜਦੋਂ ਤੂੰ ਸੱਚ ਦੀ ਸੰਗਤ 'ਚ ਆਪਣੇ ਆਪ ਨੂੰ ਲਿਜਾਂਦਾ ਤਾਂ ਸੱਚ ਦੀ ਸੰਗਤ 'ਚ ਇੱਕ ਵਿਚਾਰ ਹੁੰਦੀ ਹੈ ਕਿਹੜੇ ਕਰਮ ਅਵਗੁਣ ਹੁੰਦੇ ਨੇ, ਜਿੰਨੀ ਕੰਮੀ ਨਾਏ ਗੁਣ ਤੇ ਕੰਬੜੇ ਵਿਸਾਰ, ਅਤੇ ਕਿਹੜੇ ਚੰਗੇ ਕੰਮ ਹੁੰਦੇ ਨੇ। ਭਾਈ ਪ੍ਰਾਪਤ ਮਾਨੁਖ ਦੇਰ ਹੋਈ ਹੈ, ਗੋਬਿੰਦ ਮਿਲਣ ਕੀਏ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕੰਮ ਮਿਲ, ਸਾਧ ਸੰਗਤ ਭਜ ਕੇਵਲ ਨਾਮ। ਸਾਨੂੰ ਸਮਝਾਉਂਦੇ ਨੇ ਕਿਹੜੇ ਕੰਮ ਚੰਗੇ ਹੁੰਦੇ ਨੇ, ਕਿਹੜੇ ਮੰਦੇ ਹੁੰਦੇ ਨੇ। ਇੱਕ ਵਿਵੇਕ ਬੁੱਧੀ ਦਿੰਦੇ ਨੇ ਔਰ ਵਿਵੇਕ ਬੁੱਧੀ ਦੇ ਕੇ ਕਹਿੰਦੇ ਨੇ ਇਹ ਮੰਦੇ ਵਾਲੇ ਕੰਮ ਛੱਡ ਦੇ। ਮੰਦੇ ਕੰਮਾਂ ਨੂੰ ਆਪਣੇ ਸੁਭਾਅ ਤੋਂ, ਆਪਣੀ ਐਂਟੀਟੀ, ਆਪਣੀ ਪਰਸਨੈਲਿਟੀ, ਆਪਣੇ ਕਰੈਕਟਰ, ਆਪਣੇ ਆਚਰਣ, ਆਪਣੇ ਸੁਭਾਅ ਤੋਂ ਛੱਡਣਾ ਵਿਜੋਗ ਕਹਿਲਾਂਦਾ ਹੈ। ਅੱਜ ਤੋਂ ਮੈਂ ਵਿਜੋਗ ਕਰ ਲਿਆ ਆਪਣੇ ਮੰਦੇ ਸੁਭਾਅ ਤੋਂ। ਇਹ ਗੁਰਮਤ ਦਾ ਸੰਜੋਗ ਵਿਜੋਗ ਦਾ ਕੌਨਸੈਪਟ ਹੈ। ਔਰ ਮਾਂ ਸੈਮੀਨਾਰੀ 'ਚ ਅਸੀਂ ਡਿਸਕਸ ਕੀਤਾ ਸੀ ਜਦੋਂ ਉਹਦੇ 'ਚ ਸੰਜੋਗ ਔਰ ਵਿਜੋਗ ਦਾ ਟੌਪਿਕ ਆਉਂਦਾ ਹੈ। ਅਸੀਂ ਜਿਹੜੇ ਸੈਮੀਨਾਰਸ ਕਰਦੇ ਹਾਂ ਉਹਨਾਂ ਦੇ ਵਿਚਕਾਰ ਅਸੀਂ ਬਹੁਤ ਡਿਟੇਲ ਵਿੱਚ 3-3, 4-4, 5-5 ਘੰਟੇ ਬੈਠ ਕੇ ਕਰਦੇ ਹਾਂ ਕਿਉਂਕਿ ਉੱਥੇ ਟਾਈਮ ਲਿਮਿਟ ਨਹੀਂ ਹੁੰਦੀ। ਔਰ ਅਸੀਂ ਮਾਂ ਸੈਮੀਨਾਰ ਵਿੱਚ ਪੂਰੀ ਡਿਟੇਲ ਸਮਝੀ ਸੀ ਕਿ ਆਪਣਾ ਪਰਿਵਾਰ, ਆਤਮਿਕ ਪਰਿਵਾਰ ਕਿਵੇਂ ਬਣਾਈਦਾ ਹੈ। ਆਤਮਿਕ ਪਰਿਵਾਰ ਬਣਾਉਣ 'ਚ ਅਸੀਂ ਸਮਝਿਆ ਸੀ ਕਿ ਮੈਨੂੰ ਹੱਕ ਨਹੀਂ ਮਿਲਿਆ ਕਿ ਮੈਂ ਚੂਜ਼ ਕਰਾਂ ਕਿ ਮੈਂ ਕਿਸ ਮਾਂ ਦੇ ਘਰ, ਕਿਸ ਪਿਤਾ ਦੇ ਘਰ ਪੈਦਾ ਹੋਵਾਂ। ਮੈਨੂੰ ਹੱਕ ਨਹੀਂ ਮਿਲਿਆ ਕਿ ਮੇਰੇ ਭੈਣ ਭਰਾ ਕੌਣ ਹੋਣ। ਮੈਨੂੰ ਹੱਕ ਨਹੀਂ ਮਿਲਿਆ ਕਿ ਮੇਰਾ ਵਿਆਹ ਕਿੱਥੇ ਹੋਵੇ। ਮੈਨੂੰ ਹੱਕ ਨਹੀਂ ਮਿਲਿਆ ਕਿ ਮੇਰੇ ਬੱਚੇ ਕੈਸੇ ਹੋਣ। ਲੇਕਿਨ ਮਾਤਾ ਮਤ ਪਿਤਾ ਸੰਤੋਖ ਸਤ ਭਾਈ ਕਰ ਇਹ ਵਿਸੇਖ ਦਾ ਟੌਪਿਕ ਮਾਂ ਸੈਮੀਨਾਰ ਵਿੱਚ ਸਮਝਿਆ। ਔਰ ਉਸ ਸੈਮੀਨਾਰ ਵਿੱਚ ਸਮਝਿਆ ਕਿ ਤੂੰ ਆਪਣੀ ਆਤਮਿਕ ਮਾਂ ਅੱਜ ਪੈਦਾ ਕਰ ਸਕਦਾ ਹੈ। ਤੂੰ ਆਪਣਾ ਆਤਮਿਕ ਪਿਤਾ ਸੰਤੋਖ ਪੈਦਾ ਕਰ ਸਕਦਾ ਹੈ। ਤੂੰ ਆਪਣੇ ਧੀਆਂ ਪੁੱਤਰ ਭੈਣ ਭਰਾ ਪੈਦਾ ਕਰ ਸਕਦਾ ਹੈ। ਤੂੰ ਆਪਣੇ ਸੱਸ ਸਹੁਰਾ ਪੈਦਾ ਕਰ ਸਕਦਾ ਹੈ। ਇਹ ਜਿਹੜਾ ਅਸੀਂ ਆਪਣਾ ਆਤਮਿਕ ਪਰਿਵਾਰ ਬਣਾਉਂਦੇ ਹਾਂ ਉਹਨੂੰ ਗੁਰਬਾਣੀ ਵਿੱਚ ਕੁੱਲ ਉਧਾਰੈ ਆਪਣਾ ਕਹਿੰਦੇ ਨੇ। ਇਹ ਬਾਹਰਲੇ ਕੁੱਲ ਔਰ ਵੰਸ਼ ਜ਼ਾਤ ਪਾਤ ਦੀ ਗੱਲਾਂ ਨਹੀਂ ਚੱਲਦੀਆਂ।
ਗੁਰਬਾਣੀ 'ਚ ਜਿਹੜੇ ਸਾਡੇ ਚੰਗੇ ਚੰਗੇ ਗੁਣ ਅੰਦਰੋਂ ਅਸੀਂ ਪੈਦਾ ਕਰਦੇ ਹਾਂ ਉਹਨੂੰ ਵੇਲ ਵਧਣਾ ਕਹਿੰਦੇ ਨੇ, ਚੱਲੀ ਪੀੜੀ ਬੋਚਾਲੀ ਕਹਿੰਦੇ ਨੇ। ਉਹ ਮੇਰੀ ਵੇਲ ਵੱਧੀ, ਮੇਰੇ ਚੰਗੇ ਚੰਗੇ ਗੁਣ ਵਧੇ, ਮੇਰੇ ਚੰਗੇ ਚੰਗੇ ਗੁਣ ਵਧਣ, ਮੇਰਾ ਵੰਸ਼ ਵਧਿਆ, ਮੇਰਾ ਕੁੱਲ ਵਧਿਆ। ਉਸ ਕੁੱਲ ਵਿੱਚ ਜਿਹੜੇ ਮੇਰੇ ਪਹਿਲਾਂ ਮੈਂ ਭੈੜੇ ਖਿਆਲ ਸੋਚਦਾ ਸੀ, ਉਹ ਭੈੜੇ ਖਿਆਲ ਜਿਹੜੀ ਮੱਤ 'ਚੋਂ ਆਉਂਦੇ ਸਨ, ਉਸ ਮੱਤ ਨੂੰ, ਉਸ ਸੋਰਸ ਨੂੰ ਫਿਕਸਅਪ ਕਰਨਾ ਕਹਿੰਦੇ ਨੇ ਪਿਤਰੀ ਹੋਏ ਉਧਾਰੂ। ਆਪਣੀ ਮਾਤਾ ਨੂੰ ਠੀਕ ਕਰਨਾ, ਆਪਣੇ ਪਿਤਾ ਨੂੰ ਠੀਕ ਕਰਨਾ ਔਰ ਆਪਣੇ ਕੁੱਲ ਦਾ ਉਧਾਰ ਕਰਨਾ, ਇਹਨੂੰ ਕਹਿੰਦੇ ਨੇ ਜਿਸ ਸਿਮਰਤ ਸਭ ਕਿਲ ਵਿਖ ਨਾਸੈ ਪਿਤਰੀ ਹੋਏ ਉਧਾਰੂ। ਤੇਰੇ ਮੰਦੇ ਖਿਆਲ ਚਲੇ ਜਾਣਗੇ ਔਰ ਤੇਰੀ ਸੋਚਣੀ ਦੀ ਸੋਰਸ ਠੀਕ ਹੋ ਜਾਏਗੀ। ਸੋ ਗੁਰਮਤ ਦਾ ਅੰਦਰ ਦਾ ਜਿਹੜਾ ਕਨਸੈਪਟ ਹੈ ਉਸ ਨੂੰ ਅਸੀਂ ਵਿਚਾਰਦੇ ਨਹੀਂ ਹਾਂ। ਅਸੀਂ ਸਰੀਰਕ ਤਲ 'ਤੇ ਰਹਿੰਦੇ ਹਾਂ। ਸਰੀਰਕ ਤਲ ਤੱਕ ਕਿਉਂ ਰਹਿੰਦੇ ਹਾਂ? ਕਿਉਂਕਿ ਅਸੀਂ ਲਗਜ਼ੂਰੀਅਸ ਲਾਈਫ ਜੀਣਾ ਚਾਹੁੰਦੇ ਹਾਂ, ਅਸੀਂ ਸਿਰਫ ਸੁੱਖਾਂ ਤੱਕ ਮਹਦੂਦ ਰਹਿਣਾ ਚਾਹੁੰਦੇ ਹਾਂ। ਖੈਰ ਅਸੀਂ ਉਹ ਮਾਂ ਦੇ ਸੈਮੀਨਾਰ 'ਚ ਸਮਝਿਆ ਤੂੰ ਆਪਣੀ ਪਤਨੀ ਚੂਜ਼ ਕਰ ਸਕਦਾ ਹੈ, ਉਮਰ ਦਾ ਤੂੰ ਜੋ ਮਰਜ਼ੀ ਹੋਵੇਂ। ਪਤਨੀ ਵੀ ਆਪਣੀ ਪਤਨੀ ਚੂਜ਼ ਕਰ ਸਕਦੀ ਹੈ, ਬੁੱਢੇ ਬੁੱਢੀ ਵੀ ਆਪਣੀ ਪਤਨੀ ਚੂਜ਼ ਕਰ ਸਕਦੇ ਨੇ, ਨਿੱਕਾ ਬੱਚਾ ਵੀ ਆਪਣੀ ਪਤਨੀ। ਉਹਨੂੰ ਗੁਰਮਤਿ 'ਚ ਨਾਰ ਕਹਿੰਦੇ ਨੇ, ਘਰ ਕੀ ਗੀਹਨ ਚੰਗੀ ਕਹਿੰਦੇ ਨੇ, ਉਹਨੂੰ ਮੱਤ ਕਹਿੰਦੇ ਨੇ। ਦੈਟ ਮੀਨਸ everyone has some thought process and that thought process is called mat, that thought process is called wife, that thought process is called ਘਰ ਕੀ ਨਾਰ, ਇਸ ਮਨ ਰੂਪੀ ਘਰ ਦੀ ਨਾਰ। ਜਿਸ ਤਰ੍ਹਾਂ ਇਹ ਨਾਰ ਸੋਚੇਗੀ ਉਸ ਤਰ੍ਹਾਂ ਘਰ ਚੱਲੇਗਾ। ਸੋ ਅਸੀਂ ਅੱਜ ਗੁਰੂ ਨਾਨਕ ਸਾਹਿਬ ਨੂੰ ਪੁੱਛਦੇ ਹਾਂ, ਅੱਛਾ ਮੈਂ ਆਪਣੀ ਪਤਨੀ ਪ੍ਰਾਪਤ ਕਰਨਾ ਚਾਹੁੰਦਾ ਹਾਂ, ਪਤਨੀ ਹੈ ਮੇਰੀ ਮੱਤ। ਤਾਂ ਗੁਰੂ ਨਾਨਕ ਸਾਹਿਬ ਮੈਨੂੰ ਅੱਜ ਸਮਝਾਉਂਦੇ ਨੇ, ਕਹਿੰਦੇ ਨੇ ਗਾਵੋ ਗਾਵੋ ਕਾਮਣੀ, ਮੇਰੀ ਮੱਤ ਨੂੰ ਕਹਿ ਰਹੇ ਨੇ ਉਹ ਕਾਮਣ, ਤੂੰ ਗਾਇਆ ਕਰ। ਜਦੋਂ ਹਾਹੇ ਨੂੰ ਔਂਕੜ ਆ ਜਾਏਗੀ ਤਾਂ ਫਿਊਚਰ ਟੈਂਸ ਵਿੱਚ ਹੋਏਗਾ। ਲੇਕਿਨ ਤੁਸੀਂ ਦੇਖੋ ਕਿਤਨੀ ਵਿਡੰਬਨਾ ਹੈ, ਕਿਤਨੇ ਅਫਸੋਸ ਦੀ ਗੱਲ ਹੈ। ਜਦੋਂ ਅਸੀਂ ਪੜ੍ਹਦੇ ਹਾਂ ਹੁਕਮੀ ਹੁਕਮ ਚਲਾਏ ਰਾਹੋ, ਉੱਥੇ ਰਾਹ ਦੇ ਹਾਹੇ ਨੂੰ ਔਂਕੜ ਹੈ ਪਰ ਉਹ ਉਚਾਰਨ ਕਰਨ ਵਾਸਤੇ ਨਹੀਂ ਹੈ, ਪਰ ਸਾਰੇ ਉਚਾਰਨ ਕਰ ਜਾ। ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਚੈ ਵੇਪਰਵਾਹੋ, ਵੇਪਰਵਾਹੋ ਔਰ ਰਾਹੋ ਕੋਈ ਲਫ਼ਜ਼ ਹੁੰਦਾ ਹੀ ਨਹੀਂ ਹੈ। ਉੱਥੇ ਔਂਕੜ ਕਿਉਂ ਲੱਗੀ ਹੈ ਔਰ ਉਚਾਰਨ ਕਿਉਂ ਨਹੀਂ ਕਰਨੀ? ਕਿਉਂਕਿ ਉਹ ਸਿੰਗੂਲਰ ਹੈ। ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸੈ ਵੇਪਰਵਾਹ, ਇਹ ਉਸ ਦਾ ਸ਼ੁੱਧ ਉਚਾਰਨ ਹੈ। ਲੇਕਿਨ ਅਸੀਂ ਸ਼ੁੱਧ ਉਚਾਰਨ ਵਾਲੇ ਪਾਸੇ ਆਉਂਦੇ ਹੀ ਨਹੀਂ ਹਾਂ। ਸਾਨੂੰ ਛੇਤੀ ਛੇਤੀ ਪੜ੍ਹਨਾ ਪਸੰਦ ਹੈ, ਸਾਨੂੰ ਛੇਤੀ ਛੇਤੀ ਪਾਠ ਮੁਕਾਉਣਾ ਪਸੰਦ ਹੈ। ਕਿਉਂਕਿ ਕਿਸੇ ਨੇ ਕਹਿ ਦਿੱਤਾ ਪਾਠ ਮੁਕਾ ਲਓ, ਮਾਤਮ ਹੋ ਜਾਏਗਾ, ਵਿਆਹ ਹੋ ਜਾਏਗਾ, ਪੁੱਤਰ ਹੋ ਜਾਣਗੇ, ਪੋਤਰੇ ਹੋ ਜਾਣਗੇ, ਮਕਾਨ ਬਣ ਜਾਏਗਾ। ਅਸੀਂ ਇਹਨਾਂ ਗੱਲਾਂ ਵਿੱਚ ਲੱਗੇ ਰਹਿੰਦੇ ਹਾਂ। ਇਹ ਗੱਲਾਂ ਬਾਰ-ਬਾਰ ਰਿਪੀਟ ਵੀ ਹੋ ਜਾਂਦੀਆਂ। ਤੁਹਾਨੂੰ ਮੇਰੀਆਂ ਰਿਪੀਟਿਡ ਗੱਲਾਂ ਬਹੁਤ ਲੱਗਦੀਆਂ ਹੋਣਗੀਆਂ, ਮੇਰੇ ਲਫ਼ਜ਼ ਲਿਮਿਟਿਡ ਹਨ, ਪਰ ਹਰ ਵਾਰੀ ਸਾਡਾ ਸ਼ਬਦ ਦੀ ਸਟ੍ਰੈਟਜੀ ਡਿਫਰੈਂਟ ਹੁੰਦੀ ਹੈ। ਬੋਲਣ ਵਾਲੇ ਬੰਦੇ ਦੀ ਆਪਣੀ ਇੱਕ ਲਿਮਿਟ ਹੁੰਦੀ ਹੈ, ਉਹਦੇ ਵਾਸਤੇ ਮੈਂ ਖਿਮਾ ਦਾ ਜਾ ਚੁੱਕਾ। ਸੋ ਕੱਲ੍ਹ ਅਸੀਂ ਇੱਥੋਂ ਗੱਲ ਸ਼ੁਰੂ ਕੀਤੀ ਸੀ ਕਿ ਦੁਨੀਆ ਦਾ ਕੋਈ ਵੀ ਮਨੁੱਖ ਜੇ ਉਹ ਵਿਆਹ ਕਰਾਉਣਾ ਚਾਹੁੰਦਾ ਹੈ ਤਾਂ ਉਹਨੂੰ ਵਿਆਹ ਕਰਾਉਣ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਵਾਲੀ ਗੱਲ ਸੁਣ ਕੇ, ਕਬੀਰ ਸਾਹਿਬ ਦੀ ਗੱਲ ਸੁਣ ਕੇ ਪਹਿਲਾਂ ਆਪਣਾ ਵਿਆਹ ਰੱਬ ਜੀ ਦੇ ਨਾਲ ਕਰਾ ਲੈਣਾ ਚਾਹੀਦਾ ਹੈ। ਨਹੀਂ ਤਾਂ ਨੁਕਸਾਨ ਪਤਾ ਕੀ ਹੋਏਗਾ? ਪਤੀ ਹਮੇਸ਼ਾ ਪਤਨੀ ਨੂੰ ਕਹੇਗਾ ਤੂੰ ਮੇਰਾ ਧਿਆਨ ਨਹੀਂ ਰੱਖਦੀ, ਹਮੇਸ਼ਾ ਬੱਚਿਆਂ 'ਚ ਮਸਤ ਰਹਿੰਦੀ ਹੈ, ਹਮੇਸ਼ਾ ਤੈਨੂੰ ਆਪਣੇ ਪੇਕੇ ਦੀ ਪਈ ਰਹਿੰਦੀ ਹੈ। ਇਸ ਤਰੀਕੇ ਨਾਲ ਉਹ ਹਮੇਸ਼ਾ ਉਹਨੂੰ ਕਹੇਗਾ ਤੂੰ ਮੇਰਾ ਧਿਆਨ ਰੱਖਿਆ ਕਰ, ਮੇਰੇ ਕੋਲ ਬੈਠੀ ਰਿਹਾ ਕਰ, ਮੇਰਾ ਪਾਣੀ ਭਰਿਆ ਕਰ। ਪਤਨੀ ਕੀ ਕਹੇਗੀ? ਮੇਰਾ ਅੱਜ ਬਰਥਡੇ ਸੀ, ਤੁਸੀਂ ਘਰ ਨਹੀਂ ਆਏ, ਅੱਜ ਐਨੀਵਰਸਰੀ ਹੈ, ਘਰ ਨਹੀਂ ਆਏ, ਅੱਜ ਕੇਕ ਨਹੀਂ ਮੰਗਾਇਆ, ਤੁਸੀਂ ਘਰ ਟਾਈਮ ਸਿਰ ਨਹੀਂ ਆਉਂਦੇ, ਸਾਨੂੰ ਬਾਹਰ ਨਹੀਂ ਲਿਜਾਂਦੇ, ਪੀਜ਼ਾ ਖਵਾਉਣ ਨਹੀਂ ਲਿਜਾਂਦੇ, ਬੱਚੇ ਕੀ ਕਹਿਣਗੇ, ਮੈਂ ਕੀ ਕਰਾਂਗੀ। ਹਰ ਵੇਲੇ ਉਹ ਪਤੀ ਨੂੰ ਕੰਪਲੇਂਟਸ ਕਰਦੀ ਰਹੀ, ਕਿਉਂਕਿ ਆਪਣੇ ਆਪ ਨਾਲ ਨਹੀਂ ਜੁੜੀ ਹੈ। ਆਪਣੇ ਆਪ ਨਾਲ ਜੁੜਨ ਦਾ ਮਤਲਬ ਪਤਾ ਕੀ ਹੈ? ਆਪਣੇ ਅੰਦਰਲੇ ਨਾਲ ਨਹੀਂ ਜੁੜੀ ਹੈ। ਅੰਦਰ ਪਤਾ ਕੌਣ ਰਹਿੰਦੇ ਨੇ? ਰੱਬ ਜੀ। ਉਹ ਆਪਣੇ ਅੰਦਰ ਦੇ ਰੱਬ ਜੀ ਨਾਲ ਇਕਮਿਕ ਨਹੀਂ ਹੈ। ਇਸ ਕਰਕੇ ਅਸੀਂ ਬਾਹਰ ਵਾਲੇ ਲੋਕਾਂ ਨੂੰ ਐਕਸਪਲੋਇਟ ਕਰਦੇ ਹਾਂ ਔਰ ਉਹਨਾਂ ਦਾ ਮਿਸਯੂਜ਼ ਕਰ ਕਰਕੇ ਉਹਨਾਂ ਦੀ ਲੈਗ ਪੁਲਿੰਗ ਕਰਦੇ ਹਾਂ। ਆਪ ਦੁਖੀ ਰਹਿੰਦੇ ਆ, ਉਹਨਾਂ ਨੂੰ ਦੁਖੀ ਕਰਦੇ ਆ। ਬਿਕੋਜ਼ ਆਈ ਐਮ ਨਾਟ ਵਨ ਵਿਦ ਮਾਈ ਸੈਲਫ, ਆਈ ਐਮ ਨਾਟ ਲਵਿੰਗ ਟੂ ਮਾਈ ਸੈਲਫ, ਦੈਟਸ ਵਾਈ ਆਈ ਐਮ ਰਿਊਨਿੰਗ ਮਾਈ ਸੈਲਫ ਐਂਡ ਟਰਾਈਂਗ ਟੂ ਰਿਊਨ ਅਦਰਸ ਲਾਈਫ ਟੂ। ਮੈਂ ਆਪਣੇ ਵਾਸਤੇ ਤਾਂ ਸੁਖੀ ਹੈ ਨਹੀਂ ਹਾਂ, ਦੂਜਿਆਂ ਵਾਸਤੇ ਮੈਂ ਜ਼ਹਿਮਤ ਭਰਿਆ ਜੀਵਨ ਬਣਾ ਦਿੱਤਾ ਹੈ।
ਕਬੀਰ ਸਾਹਿਬ ਬੜਾ ਤਰਸ ਕਰਦੇ ਨੇ, ਸਾਨੂੰ ਕਹਿੰਦੇ ਨੇ ਮੈਂ ਤੇ ਨਾ ਆਪਣਾ ਰੋਮ ਰੋਮ ਕਰਕੇ ਸੁਰਤ ਮਤ ਬੁੱਧ ਕਰਕੇ ਨਾ ਰੱਬੀ ਸਿਫਤਾਂ ਵਾਲਾ ਗੁਣ ਵਾਲਾ ਜੀਵਨ ਆਚਰਣ ਸੁਭਾਅ ਬਣਾ ਲਿਆ ਹੈ। ਇਹਨੂੰ ਗੁਰਮਤਿ 'ਚ ਰੱਬੀ ਇਕਮਿਕਤਾ ਕਹਿੰਦੇ ਨੇ। ਗੁਰਮਤ ਦੀ ਇਹ ਇਕਮਿਕਤਾ ਹੈ, ਗੁਰਮਤ ਦੀ ਇਹ ਭਗਤੀ ਹੈ, ਗੁਰਮਤ ਦੀ ਇਹ ਵਰਸ਼ਿਪ ਹੈ, ਗੁਰਮਤ ਦਾ ਇਹ ਮੈਡੀਟੇਸ਼ਨ ਹੈ ਕਿ ਜਦੋਂ ਮੈਂ ਇਹਨਾਂ ਅੱਖਾਂ ਨਾਲ ਦੇਖਾਂ ਮੈਂ ਹਿੰਦੂ ਮੁਸਲਮਾਨ ਸਿੱਖ ਈਸਾਈ ਅਮੀਰ ਗਰੀਬ ਗੋਰਾ ਕਾਲਾ ਵਾਲਾ ਵਿਤਕਰਾ ਨਾਲ ਨਾ ਵੇਖਾਂ। ਮੇਰੀਆਂ ਅੱਖਾਂ ਫਿਕਸਅਪ ਹੋ ਗਈਆਂ ਨੇ। ਮੈਂ ਇਹਨਾਂ ਕੰਨਾਂ ਦੇ ਨਾਲ ਕਰਨ ਨਾ ਸੁਨੇ ਕਾਹੂ ਕੀ ਨਿੰਦਾ ਸਭ ਤੇ ਜਾਣਾ ਆਪਸ ਕੋ ਮੰਦਾ। ਮੈਨੇ ਇਹ ਕੰਨਾਂ ਦੇ ਨਾਲ ਨਿੰਦਾ ਭਲੀ ਕਿਸੇ ਕੀ ਨਹੀਂ। ਜੇ ਮੇਰੇ ਕੰਨ ਫਿਕਸ ਹੋ ਗਏ ਨਾ ਤਾਂ ਮਾਨੋ ਰੱਬ ਜੀ ਨਾਲ ਵਿਆਹੇ ਗਏ। ਮੇਰੀਆਂ ਅੱਖਾਂ ਰੱਬ ਜੀ ਨਾਲ ਵਿਆਹੀਆਂ ਗਈਆਂ। ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ। ਰੱਬ ਜੀ ਨਾਲ ਇਕਮਿਕਤਾ ਹੋ ਗਈ, ਰੱਬ ਜੀ ਦੀ ਜੋਤ ਆ ਗਈ। वैसे तो जोत ऑलरेडी है, एज नहीं होता एक अंधा था वो वहाँ पर गया और अचानक लाइट आई और जोत आ गई। ये वो वाली गुरमत नहीं है। गुरमत कहती है सब में जोत ऑलरेडी है, कहीं से किसी दीवे में से निकल के नहीं आती है। गुरमत कहती है सब में जोत, जोत है सोए तिसदा चानण, सब में चानण होए। पॉसिबल है पर किस तरह? गुर साखी। साखी का मतलब सिक्ख्या, स्टोरीज नहीं, कहानियां नहीं। गुर साखी जोत प्रगट होए, चानण हो जाता है। वो चानण सोचनी का ढंग, चानण मन नूं हनेरे तो प्रकाश हो गया। बहुत बहुत सिंपल है साध संगत जी। ये गल वखरी है कि असी सिंसीयरली जे सीखना चाहते हैं। सो कबीर साहब ने कहा मेरा एक एक रोम रोम रब जी नाल विआया होया है, तो जे रोम रोम रब जी नाल विआया जाए तो एक एक अंग रब्बी गुणा की सिफतां वाला बन जाता है। उन्होंने कहते ने जे जुग चारे आरजा होर दसूणी होए, होर वो वाली चंगी मत वध जाती है। नवां खंडां विच जानी है, सारे खंड विच वो वाली मत सतगुर दी आ जाती है। नाल चले सब कोई, एक एक अंग नाल चलन लग पैंदा है। मत दे नाल सुरत मत बुद्ध सारे आपस में इंटरलिंक होकर ट्यून्ड हो जाते हैं। नाल चले सब कोई, सारे रब्बी सिफतां वाले बन जाते हैं। जे जुग चारे आरजा होर द सुनिए, नवा खंडा भी जानिए, नाल चले सब कोई, चंगा नाव रखाए के जस कीरत जग ले। एक एक अंग जस कीर्ति करना शुरू कर देंदा है, रब्बी गुणा नूं गाना शुरू कर देंदा है, रब्बी सिफतां वाला बन जाता है, गॉडली क्वालिटीज़ वाला बन जाता है, मोरैलिटी वाला आइडियल बन जाता है, वर्च्यूज वाला बन जाता है। कबीर साहब की इस अवस्था तक पहुँचाने वास्ते दुनिया के हर मनुख को सुखी करने वास्ते गुरु नानक साहब अपने टॉपिक नूं, कबीर साहब के टॉपिक नूं होर सौखा करके खोल देने कि अवस्था प्राप्त किवें हुंदी है। कहंदे ने गावो गावो कामणी विवेक विचार। कामणी है मेरी मत, कामणी है मेरी सुरत, कामणी है मेरे कान दे पिछे सोचण दी अकल, कामणी मेरी जीभ दे रसना दे पिछे सोचण दी अकल। वो दरअसल कामणी सारे शब्द दे विचकारों असीं समझदे जांगे। भावें साडा मन जिवें सोचदा और सारे अंग उंज करदे ने, लेकिन शब्द दी जिहड़ी स्ट्रैटजी है वो असी लफ्जी अर्थां नूं व्याण वास्ते इस तरह गलत करते हैं। सो इस शब्द विच पहली गल आई कि कबीर जी के शब्द की रमज खोली जा रही है कि गाँव गाँव की अवस्था बनती किस तरह है, इंद्रे ज्ञानेंद्रे सुरत मत बुद्ध दी। उस अवस्था नूं प्राप्त करने वास्ते गुरु नानक साहब कहते हैं गावो गावो कामणी विवेक विचार। विवेक दी विचार करया कर। विवेक दी विचार की है? सर काइंडली गाइड मी हाउ टू लुक। गुरु पातशाह तुसी मेरे पंध हो, टीचर हो, उस्ताद हो। इस धरती ते वो वाला उस्ताद होर कोई नहीं है। तुसी मैनूं समझाओ मैं इन आँखों से लोगों को कैसे देखा करूं। इस तरीके दे नाल
ਗੁਰੂ ਸਾਹਿਬ ਮੈਨੂੰ ਦੱਸਿਆ ਕਰਨਗੇ, ਤੂੰ ਤੇ ਬੈਰੀ ਬਿਗਾਨਾ ਤੱਕਣਾ ਹੈ, ਤੈਨੂੰ ਕੀ ਕਰਨਾ ਹੈ, ਨਾ ਕੋ ਬੈਰੀ ਨਹੀਂ ਬਿਗਾਨਾ ਵਾਲੀ ਅਵਸਥਾ ਬਣਾਣੀ ਹੈ। ਤੂੰ ਤੇ ਮਜ਼ਹਬੀ ਝਗੜੇ ਪਾਣਾ ਹੈ। गुरु साहब कहते हैं अवल अल्लाह नूर पाए कुदरत के सब बंदे, एक नूर ते सब जग उपजे, कौन भले को मंदे। किसी मजहब वाले नू भैड़ा ना क्या कर, भावें कोई मजहबी है, भावें कोई एथिस्ट है, भावें कोई कम्युनिस्ट है, भावें तेरे मजहब का है, भावें पराए मजहब का है। ये सारे कुदरत के बंदे ने। इस तरह ना मनु नाल सिखाई जा रहे हैं, मस्ट टू डू एंड नॉट सपोज टू डू। ये तुझको नहीं करना है और ये जरूर करना है। ਇਹ ਵਾਲੀ ਜਿਹੜੀ ਅਕਲ ਆ ਜਾਂਦੀ ਹੈ ਨਾ, ਇਹਨੂੰ ਹੰਸ ਬਿਰਤੀ ਕਹਿੰਦੇ ਨੇ। ਹੰਸਾ ਹੀਰਾ ਮੋਤੀ ਚੁਗਣਾ, ਇਹ ਹੰਸਾਂ ਕਾ ਖਾਣਾ। ਹੰਸ ਨੂੰ ਸਮਝ ਆ ਜਾਂਦੀ ਹੈ ਕਿ ਨਕਲੀ ਪੱਥਰ ਕਿਹੜੇ ਨੇ, ਅਸਲੀ ਪੱਥਰ ਕਿਹੜੇ ਨੇ, ਹੀਰੇ ਕਿਹੜੇ ਨੇ ਔਰ ਪੱਥਰ ਕਿਹੜੇ ਨੇ। ਪੱਥਰ ਨਹੀਂ ਚੁਗਦਾ, ਉਹ ਹੀਰੇ ਮੋਤੀ ਚੁਗਦਾ ਹੈ। ਅਤੇ ਬਾਣੀ ਜਦੋਂ ਸਾਨੂੰ ਮੱਤ ਵਿੱਚ ਰਤਨ ਜਵਾਹਰ ਮਾਣਿਕ ਵਰਗੀ ਮੱਤ ਸਿਖਾਉਣਾ ਸ਼ੁਰੂ ਕਰ ਦਿੰਦੀ ਹੈ ਨਾ, ਸਾਨੂੰ ਵਿਵੇਕ ਬੁੱਧੀ ਆਉਣੀ ਸ਼ੁਰੂ ਹੋ ਜਾਂਦੀ ਹੈ ਕਿ ਸਰ ਔਰ ਅਪਸਰ, ਚੰਗਾ ਅਤੇ ਮੰਦਾ 'ਚ ਕੀ ਫਰਕ ਹੈ। ਅਤੇ ਮੈਨੂੰ ਚੰਗਾ ਹੋਰ ਕਰ ਕਰਕੇ, ਆਪਣੀ ਪ੍ਰੈਕਟਿਸ ਕਰਕੇ ਆਪਣੇ ਗੁਣ ਚੜ੍ਹੇ 'ਚ ਅਵਗੁਣ ਵੰਨ ਕਰਨੇ ਹਨ ਔਰ ਅਵਗੁਣ ਦਿਨੋ ਦਿਨ ਛੱਡਣੇ ਹਨ। ਇਹਨੂੰ ਵਿਵੇਕ ਵਿਚਾਰ ਕਹਿੰਦੇ ਨੇ। ਇਹਨੂੰ ਵਿਵੇਕ ਵਿਚਾਰ ਨਹੀਂ ਕਹਿੰਦੇ ਨੇ ਇਹ ਕਰਨਾ ਔਰ ਇਹ ਨਹੀਂ ਕਰਨਾ, ਲੇਕਿਨ ਕਰਨ ਵੇਲੇ ਜੋ ਨਹੀਂ ਕਰਨਾ ਉਹ ਵੀ ਕਰਤਾ ਜਾਓ। ਵਿਵੇਕ ਵਿਚਾਰ ਦਾ ਮਤਲਬ ਹੁੰਦਾ ਪਹਿਲਾਂ ਤੇ ਲਿਸਟ ਤਿਆਰ ਹੁੰਦੀ ਰਹਿੰਦੀ ਹੈ, ਰੋਜ਼ ਬਾਣੀ ਪੜ੍ਹ ਕੇ ਸੁਣ ਕੇ। ਦੂਜੇ ਨੰਬਰ 'ਤੇ ਜਦੋਂ ਅਸੀਂ ਉਹਦੀ ਪ੍ਰੈਕਟਿਸ ਸ਼ੁਰੂ ਕਰ ਦਿੰਦੇ ਹਾਂ ਕਿ ਜੋ ਨਹੀਂ ਕਰਨਾ ਉਹ ਮੈਨੂੰ ਨਹੀਂ ਕਰਨਾ ਚਾਹੀਦਾ, ਆਪਣੇ ਸੁਭਾਅ ਵਿੱਚ ਮੈਂ ਦ੍ਰਿੜ ਕਰ ਲਵਾਂ, ਤਾਂ ਵਿਵੇਕ ਵਿਚਾਰ ਪੂਰੀ ਹੁੰਦੀ ਹੈ। ਵਿਵੇਕ ਵਿਚਾਰ ਦੇ ਅਰਥ ਤਾਂ ਬਣਦੇ ਨੇ। ਸ਼ਬਦ ਵਿਚਾਰ ਦੇ ਅਰਥ ਵੀ ਇੰਝ ਹੀ ਬਣਦੇ ਨੇ। ਸਤਿਗੁਰੂ ਨੂੰ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵੀ ਜਿਚਰ ਸ਼ਬਦ ਨਾ ਕਰੇ ਵਿਚਾਰ। ਸ਼ਬਦ ਨਾ ਕਰੇ ਵਿਚਾਰ ਦਾ ਮਤਲਬ ਇਹ ਨਹੀਂ ਕਿ ਲਫ਼ਜ਼ੀ ਅਰਥ ਕਰ ਲਏ ਖਤਮ ਹੋ ਗਏ, ਨਾਲ ਕੋਈ ਕਹਾਣੀ ਸਾਖੀ ਸੁਣਾ ਦਿੱਤੀ ਖਤਮ ਹੋ ਗਏ, ਨਹੀਂ। ਸ਼ਬਦ ਵਿਚਾਰ ਦਾ ਮਤਲਬ ਹੁੰਦਾ ਹੈ ਇੱਕ ਇੱਕ ਲਫ਼ਜ਼, ਇੱਕ ਇੱਕ ਪੰਕਤੀ, ਰਹਾਓ, ਗ੍ਰਾਮਰ ਸਾਰੀ ਨੂੰ ਵਿਚਾਰ ਕੇ ਉਸ ਨੂੰ ਆਪਣੇ 'ਤੇ ਟੁਕਾ ਕੇ ਫਿਰ ਆਪਣੇ ਅਮਲੀ ਜੀਵਨ 'ਤੇ ਟੁਕਾ ਕੇ ਆਪਣੇ ਸੁਭਾਅ ਨੂੰ ਫਿਕਸਅਪ ਕਰਨਾ, ਅਮਲੀ ਜੀਣਾ। ਇੱਥੇ ਤੱਕ ਹੈ ਪੂਰੀ ਐਕਸਰਸਾਈਜ਼ ਨੂੰ ਸ਼ਬਦ ਵਿਚਾਰ ਕਰਨਾ ਕਹਿੰਦੇ ਹਨ। ਵਰਨਾ ਸਟੇਜ 'ਤੇ ਸਿਰਫ ਇਸ ਤਰ੍ਹਾਂ ਬੋਲਣਾ, ਚੁੰਚ ਗਿਆਨੀ ਵਾਂਗੂ ਬੋਲ ਦੇਣਾ ਔਰ ਪੰਡਤ ਦੇ ਸਿਰ ਉੱਤੇ ਚੰਦਨ ਖਰ ਜਸ ਭਾਰਾ, ਖੋਤੇ ਦੇ ਉੱਤੇ ਚੰਦਨ ਰੱਖ ਲੈਣਾ, ਇਸ ਤਰ੍ਹਾਂ ਸਟੇਜ 'ਤੇ ਲੈਕਚਰ ਕਰਨਾ ਬਹੁਤ ਆਸਾਨ ਹੈ। ਬਟ ਹਾਊ ਡੂ ਆਈ ਬਿਹੇਵ ਵਿਦ ਅਦਰਸ, ਉਹ ਪ੍ਰੈਕਟੀਕਲ ਰੱਬ ਦੀ ਦਰਗਾਹ ਵਿੱਚ ਕਾਊਂਟ ਹੁੰਦਾ ਹਰ ਪਲ ਜੀਂਦੇ ਜੀ, ਕਿਉਂਕਿ ਉਹ ਵੇਖ ਰਿਹਾ। ਸੋ ਹੁਣ ਕਹਿੰਦੇ ਨੇ ਗਾਵੋ ਗਾਵੋ ਕਾਮਣੀ ਵਿਵੇਕ ਵਿਚਾਰ, ਹਮਰੇ ਘਰ ਆਇਆ ਜਗ ਜੀਵਨ ਪਤਾਰ। ਉੱਥੇ ਆਇਆ ਸੀ ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰ। ਰਾਜਾ ਰਾਮ ਜਗ ਜੀਵਨ ਸਤਿਗੁਰ ਦੀ ਮੱਤ ਵਿਜ਼ਡਮ ਨੂੰ ਕਹਿੰਦੇ ਨੇ। ਔਰ ਉਹ ਜਦੋਂ ਲੈ ਕੇ ਮੇਰਾ ਮਨ ਅੰਦਰ ਆ ਜਾਂਦਾ ਹੈ, ਮੇਰਾ ਮਨ ਇਸ ਬਾਡੀ ਦਾ ਖਸਮ ਹੈ ਪਰ ਇਹਨੂੰ ਅਕਲ ਨਹੀਂ ਹੈ ਚਲਾਉਣ ਦੀ। ਜਿਵੇਂ ਕਈ ਘਰਾਂ ਵਿੱਚ ਦੇਖਿਆ ਨਾ, ਪਤੀ ਜਾਂ ਪਿਤਾ ਨੂੰ ਅਕਲ ਨਹੀਂ ਹੁੰਦੀ, ਕਮਾਉਂਦਾ ਵੀ ਨਹੀਂ ਹੈ, ਜੂਆ ਵੀ ਖੇਡਦਾ ਹੈ, ਸ਼ਰਾਬ ਵੀ ਪੀਂਦਾ ਹੈ, ਸਾਰੇ ਘਰ ਵਾਲਿਆਂ ਨੂੰ ਗਾਲਾਂ ਵੀ ਕੱਢਦਾ ਹੈ, ਉਹਨੂੰ ਘਰ ਚਲਾਉਣਾ ਹੀ ਨਹੀਂ ਆਉਂਦਾ। ਹੈ ਘਰ ਦਾ ਮਾਲਕ, ਹੈ ਘਰ ਦਾ ਪਿਤਾ ਔਰ ਪਤੀ, ਬਟ ਡਜ਼ਨਟ ਨੋ ਹਾਊ ਟੂ ਰਨ ਦਾ ਹਾਊਸ। ਗੁਰੂ ਪਾਤਸ਼ਾਹ ਕਹਿੰਦੇ ਨੇ ਗਾਵੋ ਗਾਵੋ ਕਾਮਣੀ ਵਿਵੇਕ ਵਿਚਾਰ, ਹਮਰੇ ਘਰ ਆਇਆ ਜਗ ਜੀਵਨ ਪਤਾਰ। ਇਸ ਤਰ੍ਹਾਂ ਆ ਜਾਂਦਾ ਹੈ ਜਗ ਜੀਵਨ ਪਤਾਰ। ਪਤਾਰ ਮੀਨਸ ਪਤੀ, ਜਿਹਦੇ ਨਾਲ ਪਤੀ ਨੂੰ ਪਤਾਰ ਕਹਿੰਦੇ ਨੇ, ਜਿਹਦੇ ਨਾਲ ਮੈਨੂੰ ਚੰਗੇ ਚੰਗੇ ਗੁਣ ਕਨਸੀਵ ਹੁੰਦੇ ਨੇ ਮੇਰੇ ਵੂਮ ਦੇ ਅੰਦਰ, ਮੇਰੀ ਸੋਚਣੀ ਦੇ ਅੰਦਰ। ਇਹ ਸ਼ਬਦ ਦਾ ਰਹਾਉ ਹੈ। ਉਹਨੂੰ ਕਹਿੰਦੇ ਨੇ ਹਰੇਕ ਇੰਦਰੇ ਗਿਆਨੇਂਦਰੇ ਸੁਰਤ ਮਤ ਬੁੱਧ ਨਾਲ ਵਿਵੇਕ ਵਿਚਾਰ ਕਰਨੀ ਹੈ ਤਾਂ ਕਿ ਵਿਵੇਕ ਬੁੱਧੀ ਦੇ ਨਾਲ ਨਿਰਲੇਪਤਾ ਆ ਸਕੇ। ਸਰੀਰਕ ਮੋਹ ਤੋਂ ਮੈਂ ਉੱਪਰ ਉੱਠ ਸਕਾਂ, ਉਸ ਨੂੰ ਕਮਲ ਦਾ ਪ੍ਰਤੀਕ ਕਹਿੰਦੇ ਨੇ। ਔਰ ਸੁਭਾਅ 'ਚ ਰੱਬੀ ਗੁਣ ਸਦਕਾ ਨਿਰਲੇਪਤਾ ਆ ਗਈ, ਦੇਹ ਅਧਿਆਸ ਨਹੀਂ ਰਿਹਾ। ਜਦੋਂ ਦੇਹ ਅਧਿਆਸ ਨਹੀਂ ਰਹਿੰਦਾ ਨਾ, ਦੇਹ ਅਧਿਆਸ ਦਾ ਮਤਲਬ ਸਰੀਰ ਨਾਲ ਪਕੜ, ਹਾਏ ਮੈਂ ਮਰ ਨਾ ਜਾਵਾਂ, ਹਾਏ ਮੈਂ ਬੁੱਢਾ ਨਾ ਲੱਗਾ, ਹਾਏ ਬੁਢਾਪਾ ਆ ਰਿਹਾ ਵੇ, ਹਾਏ ਮੌਤ ਤੋਂ ਡਰ ਲੱਗਣਾ, ਉਹਨੂੰ ਕਹਿੰਦੇ ਨੇ ਤ੍ਰਿਸ਼ਨਾ। ਇਹ ਸੈਂਟੈਂਸਿਸ ਔਰ ਡੈਫੀਨੇਸ਼ਨਸ ਮੇਰੀਆਂ ਨਹੀਂ ਨੇ, ਬਾਣੀ ਦੀਆਂ ਨੇ। ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ
जियो ता मैले तिनी जन्म जो है हारा। अगे कहते हैं ये तृष्णा वड्डा रोग लगा। जो तृष्णा का रोग लग जाता है बंदा मरना नहीं चाहता, मरण मनो विसारिया, हाय मर ना जाए। ये गल जे मर ना जाए दे बदले जीवतियां मर रही है वाली अकल समझ आ जाए ना, फिर शरीर नाल पकड़ नहीं रहती। वो जो होगा देखा जाएगा। सारी दुनिया में सब लोग मरते हैं तो मर जाएंगे, कोई बात नहीं, पर जिएंगे तो सच के साथ जिएंगे। सिर तर तली गली मेरी आओ लेके आएंगे, पर प्यार से जिएंगे, सूरमा बन के जिएंगे। सूरा सो पहचानिए जो लड़े दीन के हेत, मैं दीन दे हेत लड़ांगा और पुरजा पुरजा कट मरे, पर मैं अपना अंग एक भी सच पासों मोड़ांगा नहीं। पुरजा पुरजा कट मरै कबू ना छाड़े खेत, तां फिर मरण दा डर ही नहीं रहा। गुरु पातशाह मरण तो पहला, शरीरक मरण तो पहला आत्मक मरना सिखा देंदे ने, मन नू बलवान कर देंदे ने। जिन्हां दा मन बलवान नहीं होया ਉਹ ਉਹਨੇ ਇਹਨਾਂ ਚੱਕਰਾਂ ਵਿੱਚ ਪਏ ਹੋਏ ਨੇ, रखड़ी बंधनी है, रक्षा करेगा, ये होगा वो होगा। मन बलवान नहीं है, बार बार मना करने नाल कुछ नहीं होंदा, राखी मत बांधा करो। मन बलवान जो तक नहीं होएगा तां तक वो ਇਹਦੇ ਨਾਲ जंगले नाल उते पीड़े नाल किथे ना किथे राखी बन आणगे, भरा बन लेगा। हुण जिहड़ा भरा अमरीका रहिंदा वो इत्थे आके भैण दी रक्षा ते कर ही नहीं सकदा। और बड़े सारे भरा ऐसे ने जिहड़े केपेबल ही ने, भैण चंगे घरां 'च विआही हुई है, भरा विचारे दे नाल यही मुसीबत बनी हुई, क्या लेके जाएंगे क्या देंगे, भैण भी कह रही क्या लेके जाएंगे क्या देंगे। इन्हां चक्रां 'च असीं पए होए क्योंकि मन बलवान नहीं है, आत्मा बलवान नहीं है। जो आत्मा बलवान होती है, मनुख कहता है यार अवर काज तेरे किते ना काम ने, साध संगत भज केवल नाम, वो किहड़े काम ने, सरंजाम लाग भौजल तरन के। सो आत्मक जीवन जीण दी गल गुरमत करदी है, और आत्मक जीवन जीण वास्ते विवेक विचार चाहिए और अपने शरीर के तल तो उपर उठना पैंदा है। ये शब्द का राह है। अगे कहते ने कर किरपा अपने घर आया। किने किरपा की? जदों तक असी इसी कॉन्सैप्ट नाल जुड़े रहेंगे, रब किरपा करेगा तां सुधरांगे, तां तक हम कभी नहीं सुधरेंगे। क्योंकि फर्स्ट हैंड ही भुलेखा है, भरम है। किरपा करेगा तां, वाह जी वाह, बाणी अंदर कह रहे ने एक ओंकार सतनाम करता पुरख दे अखीर च कहंदे ने गुर प्रसाद, ओदी किरपा ते हर वेले हो रही है। वो आज सच जुगाद सच है भी सच, नानक होसी भी सच। राइट फ्रॉम बिगनिंग तेरे पैदा होने तो भी पहला दी ओदी किरपा की बारिश हो रही है, तू भांडा सीधा नहीं कर रहा। भांडा सीधा कर, किरपा पै जाएगी। ਇਹਦਾ अर्थ की निकलिया? किरपा मैं अपने भांडे च पवानी है। पवाण का ढंग है, काम करो नगर बहु भरिया, मैं साधु खंडल खंडाए, पूरब लिखत लिखे गुर पाया, मन हरली मंडल मंडाए। की ढंग है? कर साधु अंजलि पुन वड्डा है, कर डंडौत पुन वड्डा है। निमरता नाल गुरु कोला, तेरे भांडे च वस्त पै जाएगी। आकड़ के ना मैनू सब कुछ पता है, आकड़ के ना कि मैं सवेरे उठदा हाँ, आकड़ के ना कि मैं तो इस तरह नंगे पैर जाता हाँ, आकड़ के ना कि मैं इन्ने घंटे चौकड़ा मारदा, इन्नी माला फेरदा हाँ। नहीं, तेरे को कोई भी आकड़ नहीं होनी चाहिए। निमरता नाल आके टैप है। टैण का प्रतीक है भांडा अच्छा सोए जो तिस भाव सी, भांडा अत मलीन तोता अच्छा न होए सी, गुरु द्वारा होए सो जी पाए सी, एत द्वारा धोए अच्छा होए सी। साफ हो जाएगा। किवें हो जाएगा? वो समझाएगा। मैले हच्छे का विचार आप वर्ताए सी, वो समझा देगा व्हाट इज रॉन्ग व्हाट इज राइट। ओनू कहंदे ने भांडा धोए, बैस धूप देवो तो दूधे को जाओ। कितना सिंपल है। पर जदों ऐसिया गल्लां करदे हां असीं तां स्टेज ते करदिया करदिया बार बार कुछ गल्लां रिकॉल हो जांदियां, संगतां नूं रिपीट भी लगदियां होणगियां, पर मैं उन्होंने बड़ा इंपॉर्टेंट समझदा करना कि मैं निमरता नाल आया सी, कि मैं भांडा धो के उहदे च वस्त पवाण आया सी, कि मैं भांडा धोया नहीं। तां असीं एक व्यंग बनाया सी कि एक बारी गुरुद्वारे दे बाहर जोड़ियां दे उत्थे लिखिया सी, यहाँ पर जोड़े उतार के और अपनी जुराबे भी उतार के जाओ। एक बंदा नवा नवा आया सी, असी उन्होंने नाल लैके आए। उन्हें क्या जुराबे उतारनिया सी? कि हाँ, उन्हें जुराबा उतार दित्तियां। वो साडे नाल अंदर आया, फस्ट टाइम गुरुद्वारे आया सी। अंदर आया, साडे कोल बैठे, उहदे पैरां चों बदबू आ रही सी जुराबां दी।
ਅਸੀਂ ਕਿਹਾ तुमने जुराबें नहीं बाहर उतारी? कहता नहीं उतारी हैं। तो फिर बदबू क्यों आ रही है? कहता मैंने जेब में डाली हुई है। ला तो दित्तियां पर जुराबां बदबूदार बोझे च पाई रखियां। वो बदबू मेरा मैला भांडे की मत का प्रतीक है। जे मैं आप जोड़े ते ला आया पर अंदर मैं उसे आकड़ ना लाया कि मैं बड़ा धर्मी हाँ, मैं गुरुद्वारे का प्रबंध करन जा रहा, मैं प्रबंधक हाँ, या मैं बड़ा वड्डा सेवादार हाँ, या मैनू बड़ी गुरसिक्खी आती है, मैं धर्म का ठेकेदार हाँ, तो फिर इस आकड़ नाल भांडा साफ नहीं होता। गुरु पातशाह कहते ने भांडा धोए बैस धूप देवो तो दूधे को जावो। अपने भांडे नू साफ करता दूध विच पै ही जाएगा, दूध ऑलरेडी अवेलेबल है। दूध करम फुनसुट समायण होए निराश जमावो। सो रहाओ विच समझा के हुण पहले पदे विच कहंदे ने कर किरपा अपने घर आया। कर किरपा का अर्थ निकलिया मन ने किरपा नू एडॉप्ट कीता, इख्तियार कीता। मन ने विजडम लई तां निज घर विच आ गया। कर किरपा अपने घर आया। जदों असी अपने ते किरपा ना करिए सानू कोई नहीं सुधार सकता। बड़े सारे लोग मिलते ने जेड़े कहते ने सब कुछ करन नू तैयार हाँ, अमृत छकन नू नहीं तैयार, क्योंकि मैं शराब छोड़ नहीं सकता। लीवर खराब हो जाता है, फिर वो अपने ते किरपा करना चाहते हैं, डॉक्टर को दवाई लेंदे ने, पर फिर उन्हों का लीवर खराब होकर कैंसर हो चुका होता है, जॉन्डिस दी लास्ट स्टेज होती है। टीठ है, अपने ते किरपा नहीं कर रहा। कई बारी साडे नाल घरां भी इंज होंदा है, असी क्रोध करते हैं, क्रोध नाल अखां कड्डदे हैं, मूँह लाल हो जाता, जीभ साडी थिड़कनी शुरू हो जाती है, असी कंबना शुरू कर देंगे। घर वाले कहते हैं अरे अपने ऊपर तरस करो, तुम्हारे दिमाग की नस फट जाएगी, हार्ट अटैक हो जाएगा, ये क्या कर रहे हो। पर जैसे नहीं नहीं नहीं, इसने मेरे साथ ऐसे क्यों किया। भावें वो नौकर होए, पत्नी होए, दोस्त होए, दुनिया का कोई मनुख होए, रिक्शे वाला होए, असी उस वेले जब क्रोध करते हैं ना, तो अपने ते किरपा नहीं करते हैं। सतगुर की किरपा अवेलेबल है। हाउ टू बिहेव, विवेक विचार कहते हैं इस शब्द विच। सो कहते ने कर किरपा अपने घर आया, ता मिल सखियां काज रचाया। कल दे शब्द विच सखियां सी, गावो गाओ 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 दुल्हनी। वो दुल्हनी एक एक अंग इंद्र ज्ञानेंद्र नूं इहदे च सखी कहते हैं। जदों मन अपनी सखियां नाल गल करदा है ना, तो उन्होंने असीं पढ़दे हां, सखी आओ सखी वस आओ सखी, सखी आओ सखी वस आओ सखी, असी पीर का मंगल गावे, असी पीर का मंगल गावे। तज मान सखी, तज मान सखी, तज मान सखी, तज मान सखी, मत अपने प्रीतम पावे, मत अपने प्रीतम पावे। सखी आओ सखी वस आओ सखी, सखी आओ सखी वस आओ सखी। सखी मेरी अख, सखी मेरे कान, सखी मेरे इंद्र ज्ञानेंद्रे, सखी मेरी जीभ, ओ मेरी जीभ गाला ना कड्डिया कर। सखी पिछे ओदी कामण, ओदी सोचन दी आदत, जीभ नूं ते कोई अक्ल है ही नहीं। वो जिहड़ी पिछे मत काम करती है उस कामण नूं, ਕੰਨ ਜਿਹੜੀ ਮੱਤ ਪਿੱਛੇ ਕੰਮ ਕਰਦੇ ਨੇ, ਨਿੰਦਾ ਕਰਨ ਵੇਲੇ ਜਿਹੜੀ ਮੱਤ ਕੰਮ ਕਰਦੀ ਹੈ, ਉਹ ਸਾਰੀਆਂ ਕਾਮਣ ਨੂੰ ਸਖੀ ਕਹਿੰਦੇ ਨੇ। ਔਰ ਕਹਿੰਦੇ ਨੇ ਵਾਸੀ ਚ ਆ ਜਾ। ਜੇ ਮੈਂ ਸੋਚਾਂ ਮੇਰੀਆਂ ਅੱਖਾਂ ਬਹੁਤ ਸੁੰਦਰ ਹਨ, ਜੇ ਮੈਂ ਸੋਚਾਂ ਮੈਂ ਗੋਰਾ ਬੜਾ ਹਾਂ, ਜੇ ਮੈਂ ਸੋਚਾਂ ਮੇਰਾ ਨੱਕ ਬੜਾ ਸੁੰਦਰ ਹੈ, ਇਹਨਾਂ ਸਾਰਿਆਂ ਨੂੰ ਕਹਿਣਾ ਆਕੜ ਨਾ ਕਰਿਆ ਕਰੋ। ਤਜ ਮਾਣ ਸਖੀ, ਇਹ ਮੇਰੀ ਅੱਖੋਂ ਮਾਣ ਨਾ ਕਰਿਆ ਕਰੋ, ਨਮਰਤਾ ਨਾਲ ਲੋਕਾਂ ਨੂੰ ਦੇਖਿਆ ਕਰੋ, ਹਮਦਰਦੀ ਨਾਲ ਦੇਖਿਆ ਕਰੋ।
प्यार नाल देखिया करो, नफरत नाल ना देखिया करो, हेट्रेड लुक ना दिया करो, लेट डाउन करने वाली ना दिया करो, बस प्यार नाल देखिया करो। जेस्चर, बॉडी लैंग्वेज, पायस, रिलीजियस, किसी नू देख के ना जा तेरे को तो मैं माफ़ नहीं करूँगा, रादर वो मेरी अखों, वो मेरी ज़बान, ਉਹਦੇ ਵੱਲ ਵੇਖ के हमदर्दी ਦੀ नज़र करके पलकां झुका के कहो जा तुझे माफ़ किया। क्यों माफ़ किया? क्योंकि मैं भी जे तां समुंद सागर नीर भरिया तेते अवगुण मारे, मैं भी रब जी नूं कहंदा मेरे अवगुण बख्श दिओ, तां रब जी मैनूं माफ़ कर दिंदे ने। मैं कौन हुंदा तैनूं माफ़ ना करन वाला? बस इस तरह अखां निर्मल नीर होंदियां जांदियां। ये सारियां नूं कहंदे ने तज मान सखी, ਜ਼ਬਾਨ ਤਜ ਮਾਣ ਸਖੀ, ਗੱਲ ਨਾ ਕੱਢਿਆ ਕਰ, ਭੈੜੇ ਬੋਲ ਨਾ ਬੋਲਿਆ ਕਰ। ਜਿਉਂ-ਜਿਉਂ ਅਸੀਂ ਇਹ ਆਪਣੇ ਇੱਕ ਅੰਗ ਨੂੰ ਸਤਿਗੁਰ ਦੀ ਮੱਤ ਲੈ ਕੇ ਫਿਕਸ ਅਪ ਕਰਦੇ ਨੇ, ਇਹਨੂੰ ਗੁਰਮਤ ਦੀ ਭਗਤੀ ਕਹਿੰਦੇ ਹਨ। ਬੜੇ ਲੋਕੀ ਕਹਿੰਦੇ ਤੁਸੀਂ ਹਰ ਸ਼ਬਦ ਵਿੱਚ ਸਾਡੇ ਉੱਤੇ ਟੁਕਾ ਕੇ ਸਾਨੂੰ ਫਿਕਸ ਅਪ ਕਰਨ ਦੀ ਗੱਲ ਕਰਦੇ ਹੋ, ਰੱਬ ਦੀ ਤੇ ਗੱਲ ਹੀ ਨਹੀਂ ਕਰਦੇ। ਸਾਧ ਸੰਗਤ ਜੀ, गुरबाणी अनुसार रब की गल की है? हर का बिलोव ना, मन का विचारा, काहे रे बन खोजन जाई सर्व निवासी, सदा लेपा तो ही संग समाई, रब की गल की है। और फिर कहते हैं पोहप मत जो बास बसता मुकर माए जैसे चाहिए, जैसे फूल में खुशबू होती है, मुकर माए जैसे छाई, जैसे लकड़ी के अंदर आग होती है, तैसे ही यार बसे निरंतर घाटी खोजो पाई, भगवान तेरे अंदर रहता। हुण भगवान की गल करके, फुल दे अंदर खुशबू की गल करके, बनस्पति दे अंदर अग की गल करके अंदर मेरे ले आए। अग अंदर आके कहते ने बाहर भीतर एको जानो, ए गुर ज्ञान बताई, जन नानक बिन आपा चीन है। लै सारा शब्द रब की गल करदे करदे मेरे वाल घुमा दिता, तेरे को अपनी इंट्रोस्पैक्शन करनी है। जन नानक बिन आपा चीन है, अपनी पड़चोल कीते बिना मिटे ना भ्रम की काई, तेरे को भगवान नजर नहीं आएगा। बार बार से भगवान की बातें करी जाना, उच्ची उच्चियां गल्लां करी जाना, फलाने ने इंज कीता सी, उस वेले इंज हो गया सी, फिर इंज हो गया सी, ते फिर उंज हो गया सी। साध संगत जी, राकेट आ गए सन या जहाज आ गए सन, इन्हां गल्लां नूं असीं नहीं विचारना। असीं ये विचारना है अज मेरे वास्ते बेबान भेज दिओ। बेबान हुंदा है उच्चे उच्चे चंगे चंगे गुण। बेबान लैके कल कबीर साहब सानूं समझा रहे सन, कह रहे सन सुर नर मुंजन कौतक आए, कोट 33 उजाना। उजाना होंदा है बेबान, उच्चाई, उच्ची अवस्था एलीवेशन की प्राप्त करने वास्ते कामनैस, सबर, संतोख नूं सुर नर मुंजन कहते हैं। ਇਹ ਸਾਨੂੰ ਲੈ ਕੇ ਚੱਲਦੇ ਨੇ। ਸੋ ਕਰ ਕਿਰਪਾ ਆਪਣੇ ਘਰ ਆਇਆ। ਜਦੋਂ ਅਸੀਂ ਆਪਣੇ 'ਤੇ ਕਿਰਪਾ ਕਰਦੇ ਹਾਂ ਤਾਂ ਉਸ ਦੇ ਸਦਕੇ ਸਾਰੇ ਔਰਗਨਸ ਰੱਬ ਜੀ ਦੇ ਨਾਲ ਵਿਆਹੇ ਜਾਣ ਦਾ ਕਾਰਜ ਸ਼ੁਰੂ ਹੋ ਜਾਂਦਾ, ਘਰ ਵਿੱਚ ਆ ਗਿਆ। ਜੇਕਰ ਮੈਂ ਆਪ ਜੀ ਦੇ ਨਾਲ ਇਸ ਸ਼ਬਦ ਦੇ ਲਫ਼ਜ਼ੀ ਅਰਥ ਕਰ ਲਵਾਂ ਤਾਂ ਫਿਰ ਮੈਂ ਬੇਨਤੀ ਕਰਾਂਗਾ ਕਿ ਆਪਣੇ ਘਰ ਜਾ ਕੇ 12 ਮਾਹ ਮਾਝ ਮਹਿਲਾ ਪੰਜਵਾਂ ਦਾ ਸਾਵਣ ਸਰਸੀ ਕਾਮਣੀ ਘਰ ਜਾ ਕੇ ਪੜ੍ਹਨਾ, ਔਰ 12 ਮਾਹ ਤੁਖਾਰੀ ਮਹਿਲਾ ਪੰਜਵਾਂ ਦਾ ਸਾਵਣ ਸਰਸ ਮਨਾ ਕਾਣਵਰ ਸਹਿ ਰੁਤਾਏ ਜ਼ਰੂਰ ਪੜ੍ਹਨਾ। ਮੈਂ ਹੁਣੇ ਲਫ਼ਜ਼ੀ ਅਰਥ ਕਰਕੇ ਆਪਣੇ ਟੌਪਿਕ ਨੂੰ ਕਨਕਲੂਡ ਕਰਦਾ। ਜੇ ਮੇਰੇ ਕੋਲ ਸਮਾਂ ਹੋਇਆ ਤਾਂ ਮੈਂ ਤੁਹਾਡੇ ਨਾਲ ਲਿੰਕ ਕਰਕੇ ਬਾਣੀ ਨੂੰ ਹੋਰ ਸਮਝਣ ਦਾ ਯਤਨ ਕਰਾਂਗਾ। खेल देख मन आनंद पिया। सखिया ने कारज शुरू कर दिता। सारे गाँव गाँव री दुल्हनी मंगलचारा, सारे मंगलचारा गा रहे ने। साडा मंगलचारा नहीं गाते ने, साडे रब दी एक मिकता वाला गुण नहीं गाते ने। कान कुछ होर करना चाहते ने, अखा कुछ होर करना चाहदियाँ। आजकल देख रहे हो ना, साडे नाल बीत रही है ना, मंगलचारा नहीं गा रहे, वी आर डिस्ट्रैक्टेड। मैं फ़ोन पे एक बात कर रहा हूँ, मैं फ़ोन पे ऐसे ऐसे कर रहा हूँ, मम्मी कोई बात कर रही है, अच्छा ना, अच्छा हाँ हाँ ठीक है, मैं दरवाज़ा बंद कर दूँगा, ठीक है लाइट बंद कर दूँगा, ठीक है बाहर कार में भी करूँगा। अपना काम करते रहे। मम्मी सो गई, सुबह उठी, ना दरवाज़ा बंद किया था, ना कार बंद की थी, ना लाइट बंद की थी। सुबह मम्मी पूछती है सुना नहीं? क्यों नहीं सुना? क्योंकि मेरे ध्यान सब कुछ इत्थे बढ़िया होया सी, मैं डिस्ट्रैक्टेड सी।
ਜਦੋਂ ਅਸੀਂ ਡਿਸਟਰੈਕਟਿਡ ਪਰਸਨੈਲਿਟੀ ਹੋ ਜਾਂਦੇ ਆ ਨਾ, ਤਾਂ ਸਾਡਾ ਜੀਵਨ ਬਰਬਾਦ ਹੋ ਜਾਂਦਾ ਹੈ। ਅੱਜ ਵੀ ਅਸੀਂ ਸੈੱਲ ਫੋਨ ਵੀ ਯੂਜ਼ ਕਰ ਸਕਦੇ ਹਾਂ, ਗਿਜ਼ਮੋ ਵੀ ਯੂਜ਼ ਕਰ ਸਕਦੇ ਹਾਂ, ਕਾਰ ਵੀ ਚਲਾ ਸਕਦੇ ਹਾਂ। ਜਿਤਨਾ ਮਾਡਰਨ ਵਰਲਡ ਹੈ, ਇਸ ਨੂੰ ਇਗਨੋਰ ਕੀਤੇ ਬਿਨਾ, ਲੇਕਿਨ ਇਹ ਸੋਚਣਾ ਮੈਂ ਜਾਗ ਰਿਹਾ, ਜੇ ਮੈਂ ਜਾਗ ਰਿਹਾ ਮੈਂ फ़ोन यूज़ करूँगा। लेकिन अगर मेरी माँ ने, मेरे पिता ने, मेरे पति ने, मेरी पत्नी ने, मेरे बच्चे ने आवाज़ मारी, किसी बुढ़े को ज़रूरत पड़ गई, किसको सड़क पर ज़रूरत पड़ गई, तो मैं इसको छोड़ सकता हूँ और उस तरफ ध्यान कर सकता हूँ। हाँ जी माँ जी, तुसी की कहते हो, ठीक है, छित्था ना पवा। ट्यून्ड हो गए, सखियां ने काज रचना शुरू कर दिता। साध संगत जी, मनु इंज लग रहा है, जितनी बाणी पढ़ी जा रहा, मनु इंज लग रहा है धरती ते पहला मजहब कोई नहीं सी। मनुख मनुख नूं मारदा सी, मनुख जानवर मार मार के ढेर सारी उन्हां दी हड्डियां गले च पा लैंदा सी। जितनी हड्डियां गले च पांदा सी, उतना अपना माइट ताकत शो करदा सी। ढेर सारियां इस्त्रियां पकड़ लैंदा सी, मैं ताकतवर हूँ। अज दी डेट च हाथी, डार्विन थ्योरी, कम अज़ कम 348 हथनियां नूं रखदा है अपने जंगल विच, और उस एरिए 'च किसी होर हाथी नूं नहीं आण दिंदा। इस तरह इंसान मर्दानगी करदा सी। बच्चे पैदा हो जाते सन, पता ही नहीं लगते सी किहदे बच्चे ने। इस्त्री भी दुखी होंदी सी, बच्चे भी दुखी होंदे सी, कुछ पता नहीं सी लगता। सारा जंगल राज सी। मनु इस तरह लग रहा है, मैं पढ़िया नहीं किधरे, मैं वो पास्ट विच जा रहा, समझ रहा शायद ऐसे होता होगा। फिर आस्ता 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 सिविलाइजेशन आई। यार नहीं, एक ना शादी का इंस्टीट्यूशन होना चाहिए, एक पति और एक पत्नी होनी चाहिए, और इनमें से जो बच्चा होगा उसको इन मम्मी पापा का ध्यान रखने का फ़र्ज़ है। घर बने, खेती बाड़ी शुरू हुई, कामकाज शुरू होए, कमाइयाँ शुरू होईयां, और मनुख ने एक दूजे दे नाल मिलवर्तन शुरू किया। उन्होंने कहते हैं सिविलाइजेशन। सिविलाइजेशन शुरू हुई। सिविलाइजेशन तो बाद राज आ गया। राज विच मनुख अपनी मर्जी करता सी, प्रजा नूं दुखी रखता सी। अंधी रैयत ज्ञान में होनी, पाए परे मुर्दार, और जैसा राजा वैसी प्रजा, सारा गड़बड़ चलता सी। आस्ता आस्ता लोकतंत्र आ गया, डेमोक्रेसी आ गई, सब कुछ हो गया, लेकिन मनुख हुने भी डिस्टर्ब्ड है। मनुख अपनी मन मर्जी करी जा रहा है। जो जो ये मन मर्जी करता जा रहा है, डिस्टर्ब हो रहा है, तो मनु ऐ लग रहा है आ सच जुगा सच है भी सच, नानक होसी भी सच। का मतलब है कि मनुख नूं अंदरों धर्म फुटिया, मनुख नूं अंदरों धर्म समझ आया। इसनूं गुरु साहब ने मनुखता के भले वास्ते सौखे लफ्ज़ों में खोल के समझाया कि तू ए मन मर्जी की खिच्चातानी करेगा ना, इनू समझना होए ना। मैं सलाम करता हूँ उस इंसान का नाम नहीं मैनू पता जिसने रेड लाइट बनाई सी। रेड लाइट क्या है? ट्रैफिक में ना आस्ता आस्ता ऐसे रेड होगी, फिर पीली होगी, फिर ग्रीन हो जाएगी। जिनकी ग्रीन हो जाएगी वो चले जाएंगे, रेड वाले खड़े हो जाएंगे। फिर इनकी ग्रीन हो जाएगी, वो चले जाएंगे। पता नहीं किस बंदे का दिमाग सी, वरना क्या होता? ट्रैफिक जैम होता, सारे क्रॉसिंग पर खड़े होकर लड़े रहते, कारों में से एक दूसरे को सिर निकाल के गालियां निकाल रहे होते। ए सिस्टम, ए रेड लाइट का सिस्टम बाहर है ना, इस तरह धर्म अंदर मैनू सिस्टम सिखाता है कि दूजिया नाल पंगे ना लिया कर, नम्रता विच रहा कर, अपनी रूलिंग ना झाड़िया कर, डू नॉट डोमीनेट अदर्स। इस तरह धर्म अपने ते अप्लाई करांगे, बड़ी नॉर्मल ढंग दे नाल, फ्री ढंग दे नाल रेड लाइट का ट्रैफिक चलता रहेगा आराम दे नाल। चारों पासे किसी नूं दुखी नहीं करांगे, किसी नूं डोमीनेट नहीं करांगे, किसी नाल नफरत नहीं करांगे, मन मर्जी नहीं करांगे। वो जे मन मर्जी करते हैं उन्होंने रजोगुण का रोग कहते हैं। सानू 3 रोग होंदे ने, रजगुण, तमगुण, सतगुण। इन्हों 3 भवन भी कहते हैं, रजो तमो सतो। वो वाला रोग ना तेनू लग जाए, गुरु पातशाह फिक्सअप कराते हैं, सखियां का काज रचते हैं। और जो सखियां काज रचना शुरू कर देन, मेरिया अखां नाल मैनू ना लोगों नाल नफरत छड्डनी आ गई। मैं ना रिक्शे वाले नूं प्यार नाल देखना शुरू कर दिता है। अगर रिक्शे वाले को भी हम मिलेंगे ना, तो उसको भी धन्यवाद से प्यार से मिलेंगे। रिक्शे वाले भैया, उन्होंने बिहारी भैया नहीं कहेंगे। जबान बदल गई, सखियां ने काज रच लिया, अखां बदल गईयां, सखियां ने कहा। ये साध संगत जी जो अपनी अवस्था बदल जाती है ना,
ਇਹਨੂੰ ਗੁਰਬਾਣੀ 'ਚ ਖੇਲ ਕਹਿੰਦੇ ਨੇ। ਸੋ ਗੁਰਬਾਣੀ ਦਾ ਖੇਲ, ਚੋਜ, ਕੌਤਕ, ਇਹਨੂੰ ਨਹੀਂ ਕਹਿੰਦੇ ਨੇ ਉਸਨੇ ਉਸਕੋ ਮਾਰਾ ਭਗਵਾਨ ਕਾ ਖੇਲ, ਉਹਨਾਂ ਨੇ ਉਹਦੀ ਧੀ ਨੂੰ ਮਾਰ ਦਿੱਤਾ ਦਾਜ ਦੇ ਨਾਂ ਹੇਠਾਂ भगवान का खेल, एक कौम ने दूसरी क्यों को मार दिया भगवान का खेल, एक बंदे को वोटें ज़्यादा मिल गई, जैसे मर्जी मिल गई, वोटें मिल गई, उसको कुर्सी मिल गई, भगवान का खेल, एक कुर्सी पर चढ़ गया, एक कुर्सी से उतर गया, भगवान का खेल। इनू गुरमत विच भगवान का खेल नहीं कहते ने, गुरमत विच भगवान का खेल कहते ने इस अवस्था नू कि मैं पहला भैड़ अवगुणा दे नाल जमा दे नाल ही लड़दा रह जांदा सी और हार जांदा सी। यह भगवान का खेल है कि गुसाई दा पहलवानड़ा मैनू बुलाया, हों गुरमिल उच दुमालड़ा, मैनू ना विकारां दे नाल कॉम्बैट करना सिखा दिता, हुण मैं विकारां दे नाल लड़ सकदा, मैनू अलर्ट कर दिता है। श्री राम नामा उचर मना, आगे जमदल बिखम कना। बी केयरफुल, बी अलर्ट। चारों पासे सरवर पंखी हेकड़ो, फाहीवाल 50, बड़े सारे शिकारी चारों पासे बैठे ने। सोच समझ के टुरिया कर, सोच समझ के एक्शन लिया कर, सोच समझ के बोलिया कर, सोच समझ के आस्ता आस्ता। सोच समझ के करने नाल की होंदा है, सहज आ जाता है, सबर आ जाता है, संतोख आ जाता है, खाना पीना घट जाता है, गालां खत्म होंदियां जांदियां। इनू गुरमति खेल कहते हैं। शब्द नू आप पढ़ के देख लो, जदों गुरु पातशाह कह रहे ने कर किरपा अपने घर आया, तामिल सिखियां काज रचाया, काज शुरू होया, इनू कहते हैं खेल देख मन आनंद पिया। इस खेल नू देख के, इस नू गुरबाणी खेल कहते हैं और इस नू रंग तमाशा पूरन आशा कहते हैं। हुण तुसीं जदों कित्थे भी कोई बाणी दी विचार सुनोगे ना, जे तुहानूं कोई बंदा कहे कि फलाना मर गया, फलाना एक्सीडेंट नाल मर गया, फलाने दा मकान बन गया, फलाने दा मकान ढह पिया, फलाना अमीर हो गया, फलाना गरीब हो गया, फलाने दे घर 4 पुत्तर जम पे ने, फलाने दियां 7 धीआं हो गईयां सी, ये सारे खेल को भगवान का खेल कहते हैं। तो उस वेले सोचना ए गुरमत बयान नहीं कर रहा, अकॉर्डिंग टू शब्द स्लॉट पाइपलाइन इको थॉट प्रोसैस अंदर गुरु साहब कहते हैं ਜਦੋਂ इंद्रे ज्ञान इंद्रे सच ਵੱਲ ਟੁਰ ਪੈਂਦੇ ਨੇ, ਇਹਨੂੰ ਗੁਰਬਾਣੀ 'ਚ ਰੱਬ ਦਾ ਖੇਲ ਕਹਿੰਦੇ ਹਨ, ਰੱਬ ਦਾ ਕੌਤਕ ਕਹਿੰਦੇ ਹਨ, ਰੱਬ ਦਾ ਚੋਜ ਤਮਾਸ਼ਾ ਕਹਿੰਦੇ ਹਨ। और पीछे अमेरिका किसी टीवी वाले ने मेरी इंटरव्यू ली, तो उन्होंने मैंने पूछा सी गुरमत करामात मनती है कि नहीं। मैं उन्होंने बेनती की, हाँ जी करामात मनती है। कहते कि मैं क्या सारी दुनिया सब तो मुश्किल करामात पता है की है, सब तो मुश्किल करामात है सोचनी दा ढंग बदल देना, उन्होंने कहते ने पैराडिम शिफ्ट कर देना। नानक साह करमात साहिब तुठे जो मिले, सतगुर जिहड़ी मत बख्शदा उस मत नूं लैके मेरा सोचनी दा ढंग बदल गया। हार्डेस्ट टास्क ऑन दिस अर्थ कि बंदे दा तुसी सोचनी दा पैराडिम शिफ्ट करा दिओ, यह गुरमत दी करामात है। काश असी गुरमत दे कॉन्सैप्ट नूं समझीए, वरना तो असी बाहरलियां करामातां दे चक्करां विच पए रहंदे हां और सोचते हैं मैं बड़ा गुरु जी की भगती करन लग पिया और मैं विश्वासी हो गया। गुरु पातशाह कहंदे ने अपने इंद्रे ज्ञान इंद्रियां नूं सच पासे पा, खेल देख मन आनंद पिया, तां तैनूं आनंद आना शुरू हो जाएगा। और इस आनंद वाले मन नूं शौ कहंदे ने, शौ वियाहण आया। मन रब जी नाल इकमिक हो गया, इस शरीर नूं साडे सारे ऑर्गनस दा विजडम नाल ट्यून्ड होना वेख के मन नूं आनंद आ गया। दैट्स हाउ मन ने सब नूं विआह लिया। मन ने अखां नूं भी क्या है नेत्रो मेरा और तुम मैं ज्योतरी अरबी नवर ना देखो कोई, रसना नूं क्या है रसना तू अनस राच रही तेरी प्यास ना जाए, कन्ना नूं क्या है श्रवणों मेरो साचा सुनन उपठाए। इस तरह मन ने सारिਆਂ ਨੂੰ सुनिया देना शुरू कर दिता। मन इस घर का रियल सेंस खसम मालक पति शौ राजा राम पतार बन गया। आनंद कारज किस तरह होता है गुरु नानक साहब पॉसिबिलिटी बना के समझा रहे हैं। दैट्स हाउ यू कैन हैव इट। पदा दूजा, पदे दूजे च कहते ने गुरु द्वारा हमरा व्याज हुआ। यह द्वारा का मतलब की होंदा, द्वारा द्वारा मतलब ओदे राई, मीनस थ्रू दैट, मीनस बाई दैट, मीनस ओदी किरपा का सदका। गुरु द्वारा
ਇੱਕ ਤਾਂ ਸਾਡਾ ਗੁਰਦੁਆਰਿਆਂ ਵਿੱਚ ਆਨੰਦ ਕਾਰਜ ਹੁੰਦਾ ਹੈ, ਅਸੀਂ ਉਹਨੂੰ ਵਿਆਹ ਸਮਝਦੇ ਹਾਂ। ਔਰ ਜਦੋਂ ਉਹ ਵਿਆਹ ਹੁੰਦਾ ਉਹ ਲਾਵਾਂ ਲੈ ਲੈਂਦੇ ਨੇ, ਰਾਗੀ ਸਿੰਘ ਜੀ ਫਟਾਫਟ ਪੜ੍ਹਨਾ ਸ਼ੁਰੂ ਕਰ ਦਿੰਦੇ ਨੇ, ਗੁਰੂਦੁਆਰੇ ਹਮਾਰਾ ਵਿਆਹ ਜੋ ਹੈ। ਦੂਜਾ ਪੜ੍ਹਨਾ ਪੂਰੀ ਆਸਾ ਜੀ ਮਨਸਾ ਮੇਰੇ ਰਾਮ। ਉਹ ਮਨਸ਼ਾ ਕਿਹੜੀ ਪੂਰੀ ਹੋ ਗਈ? ਮੈਂ ਸੋਚਿਆ ਸੀ ਰੱਬ ਜੀ ਮੈਨੂੰ ਵਿਜ਼ਡਮ ਵਾਲਾ, ਸਪਿਰਿਚੁਅਲਿਟੀ ਵਾਲਾ ਬੰਦਾ ਬਣਾ ਦਿਓ, ਮੇਰੀ ਆਸ਼ਾ ਪੂਰੀ ਹੋ ਗਈ। ਇਸ ਆਸ਼ਾ ਦੀ ਨਹੀਂ ਗੱਲ ਚੱਲ ਰਹੀ ਕਿ ਮੈਨੂੰ ਫਲਾਣੀ ਕੁੜੀ ਦੇ ਨਾਲ ਵਿਆਹ ਕਰਾਉਣਾ ਹੈ, ਦੇਖੋ ਵਿਆਹ ਪੂਰਾ ਹੋ ਗਿਆ, ਆਸਾ ਜੀ ਮਨਸਾ ਜੀ ਮੇਰੇ ਰਾਮ। ਸਾਧ ਸੰਗਤ ਜੀ, ਇਹ ਅਸੀਂ ਉਸ ਕਾਰਜ, ਆਨੰਦ ਕਾਰਜ ਦੇ ਵੇਲੇ ਵਾਲੇ ਸ਼ਬਦ ਪੜ੍ਹਦੇ ਹਾਂ। ਦਰਅਸਲ ਇਹ ਸ਼ਬਦ ਇੰਡੀਵਿਜੂਅਲ ਦਾ, ਹਰ ਇੱਕ ਇਨਸਾਨ ਦਾ ਰੱਬ ਜੀ ਨਾਲ ਇੱਕ ਮਿਕਤਾ ਦੇ ਬਾਰੇ ਸ਼ਬਦ ਹੈ। ਸੋ ਕਹਿੰਦੇ ਨੇ ਗੁਰੂਦੁਆਰੇ ਹਮਰਾ ਵਿਆਹ ਜੇ ਹੋਆ, ਗੁਰੂ ਦੀ ਮੱਤ ਦੇ ਰਾਹੀਂ। ਜਦੋਂ ਆਏਗਾ ਦੁਆਰ ਤਾਂ ਦੱਦੇ ਦੇ ਪੈਰਾਂ ਥੱਲੇ ਵਵਾ ਹੋਏਗਾ, ਔਰ ਰਾਰਾ ਜੇ ਵਵਾ ਨਹੀਂ ਹੋਏਗਾ, ਦੱਦੇ ਨੂੰ ਔਂਕੜ ਹੋਏਗੀ, ਐੜਾ ਕੰਨਾ ਹੋਏਗੀ, ਰਾਰੇ ਨੂੰ ਔਂਕੜ ਹੋਏਗੀ। ਗੁਰੂਦੁਆਰ, ਉਹ ਦੁਆਰ ਹੁੰਦਾ ਡੋਰ, ਡੋਰ ਹੁੰਦਾ ਦਰਵਾਜ਼ਾ, ਦਰਵਾਜ਼ਾ ਹੁੰਦਾ ਦਰ। ਇੱਥੇ ਗੁਰੂਦੁਆਰ ਹੈ। ਦੁਆਰ ਹੈ ਦਾ ਮਤਲਬ ਗੁਰੂ ਕੇ ਥਰੂ, ਗੁਰੂ ਦੇ ਰਾਹੀਂ। ਗੁਰੂਦੁਆਰੇ ਹਮਰਾ ਵਿਆਹ ਜੇ ਹੁਆ। ਹਮਰਾ ਕੌਣ ਹੈ? ਪਲੂਰਲ, ਬਹੁਵਚਨ। ਕੌਣ ਕਹਿ ਰਹੀਆਂ ਨੇ? ਸਾਰੀਆਂ ਸਖੀਆਂ, ਸਾਰੀਆਂ ਦੁਲਹਨੀ। ਕੱਲ ਜਿਹੜਾ ਅਸੀਂ ਪੜ੍ਹਿਆ ਸੀ, ਗਾਓ ਗਾਓ ਰੀ ਦੁਲਹਨੀ, ਸਾਰੀਆਂ ਰਲ ਕੇ ਕਹਿ ਰਹੀਆਂ ਸਾਡਾ ਵਿਆਹ ਹੋ ਗਿਆ। ਕੀ ਹੋਇਆ? ਮਨ ਪਰਦੇਸੀ ਘਰ ਆ ਗਿਆ। आज कल एक एडवर्टीजमेंट देख रहे हो, पत्नी कहती क्या बात है, घर में भी आके ऑफिस का काम करते रहते हो। घर आके भी असी बाहरलियां गल्लां करते रहिए, ऑफिस ਦੀਆਂ ਗੱਲਾਂ ਕਰਦੇ ਰਹੀਏ, ਔਰ ਲੋਕਾਂ ਦੀਆਂ ਗੱਲਾਂ ਕਰਦੇ ਰਹੀਏ, ਤਾਂ ਮੇਰਾ ਮਨ ਮੇਰੇ ਘਰੋਂ ਬਾਹਰ ਗਿਆ ਹੋਇਆ ਹੈ। ਉਹਨੂੰ ਕਹਿੰਦੇ ਨੇ ਬਾਹਰ ਪਰਾਏ ਬੈਸਣਾ, ਦੂਸਰਿਆਂ ਦੇ ਬੂਹੇ ਤੇ ਬੈਠਾ ਰਹਿੰਦਾ। ਸਾਈਂ ਮੁਝੇ ਨਾ ਦੇ, ਮੇਰੀ ਅਵਸਥਾ ਨਾ ਰੱਖੋ ਕਿ ਮੈਂ ਆਪਣੇ ਆਪ ਤੋਂ ਬਾਹਰ ਨਿਕਲ ਕੇ ਦੂਜਿਆਂ ਦੀਆਂ ਗੱਲਾਂ ਕਰਦਾ ਨਾ। ਜੇ ਤੂੰ ਐਵੇਂ ਰੱਖੀ ਜੀਓ ਸਰੀਰ ਹੋਲੇ, ਇਹ ਤੇ ਮਰਨ ਦੀ ਅਵਸਥਾ ਹੋਈ, ਜੀਂਦੇ ਜੀ ਮਰ ਗਏ ਕਿ ਮੈਂ ਆਪਣੇ ਘਰ ਹੀ ਨਹੀਂ ਆ। ਅਸੀਂ ਜਿੱਥੇ ਹੋਈਏ ਉੱਥੇ ਪ੍ਰੈਜ਼ੈਂਟ ਹੋ ਜਾਈਏ। ਉਹਨੂੰ ਕਹਿੰਦੇ ਨੇ ਅੱਜ, ਹੁਣੇ, ਅਬ, ਨਾਓ ਵਿੱਚ ਹੋਣਾ। ਹਾਈਟ ਆਫ ਸਪਿਰਿਚੁਅਲਿਟੀ, ਰੱਬ ਨਾਲ ਇੱਕ ਮਿਕਤਾ ਦੀ ਅਵਸਥਾ ਵੀ ਜਿੱਥੇ ਹਾਂ ਉੱਥੇ ਹਾਂ। ਅਸੀਂ ਗੁਰਦੁਆਰੇ ਹੁੰਦਿਆਂ ਦਿਮਾਗ ਕਿਧਰੇ ਹੋਰ ਹੁੰਦਾ ਹੈ। ਜਿੱਥੇ ਹੁੰਦਿਆਂ ਉੱਥੇ ਕਹਿੰਦੇ ਯਾਰ ਅੱਜ ਗੁਰਦੁਆਰੇ ਜਾਣਾ, ਸੁਬਹ ਗੁਰਦੁਆਰੇ नहीं गया, बिजनेस में घाटा पड़ गया, आज नितनेम नहीं ना किया था, गुरु साहब ने टक्कर करा दिया। मैं बचपन ही चंजी सोचता सी, आज गुरद्वारे नहीं गया, आज नितनेम नहीं किया, ताई मेरी टक्कर हो गई है, आज एग्जाम फेल हो गया क्योंकि पाठ नहीं सीखता। गुरु साहब सजा नहीं देंगे, क्रूअल नहीं ने। इस तरह अपने बच्चों को असी चीज़ ना करिए, वो बड़े होके रूड हो जाएंगे, वो क्रूड रह जाएंगे, वो रॉ रह जाएंगे, वो गुरबत के कॉन्सैप्ट नहीं समझ पाएंगे कि मिठ बोलना जी ने रब जी। दैट डज नॉट मीन अमृत वेले ना उठिए, दैट डज नॉट मीन गुरुद्वारे ना जाइए, दैट डज नॉट मीन नितनेम ना करिए, दैट डज नॉट मीन रब दा ना लईए। नहीं, दैट मीन्स करिए सब कुछ, पर जिस दिन रह जाए बाई चांस तो रब जी सजा नहीं देंदे ने। रब जी जे सब मिल के आखण पाए वड्डा ना होवे काट ना जाए। इतनियां किस्मां दियां मन मत और पाखंड और भरम विछा दिते गए ने कि अज साडे वर्गे जदों गल करदे ने इंज लगदा है पता नहीं किहड़ियां गल्लां करदे पे ने। साध संगत जी, असीं गुरमत दी गल करन दी कोशिश कर रहे हां। गुरुद्वारे हमरा विआह जे हुआ, जां शो मिलिया तां जानिया। सारे कह रहे ने मन घर आ गया, हुण जान लिया है। इस अवस्था का स्वाद, इनू आनंद कहते हैं। जदों असी प्रोग्रामां तो बाद पढ़ते हैं आनंद पिया मेरी माए, उस अवस्था नूं कहते हैं। लेकिन जिहड़ी उहदी आखिरी पौड़ी है, 40वीं पौड़ी, आनंद सुनो वडभागियो, उहनूं आनंद सुनो वडभागियो नहीं कहते हैं। उथे आनंद नहीं उच्चारण करना, उथे अनहद है। अनहद का मतलब अनहद, अनहद नाद सुनो। अनहद नाद सुनो मीन्स सतगुर की गल लगातार सुनो। अनहद नाद सुनिया जाता है और आनंद पिया जाता है, आनंद माणिया जाता है। दोवें अवस्था च फर्क है। इस करके आनंद सुनो वडभागियो च आनंद उच्चारण करांगे, लेकिन 40वीं पौड़ी का आनंद सुनो वडभागियो च आनंद उच्चारण नहीं करांगे। काश इस तरह करके विचार के देखिए ना,
ਬਾਣੀ ਦੇ ਸਮੁੰਦਰ ਅੰਦਰ ਟੁੱਬੀ ਮਾਰਨ ਦਾ ਸਵਾਦ ਆ ਜਾਂਦਾ ਹੈ ਕਿ ਬਾਣੀ ਅੰਦਰ ਕਿੰਨਾ ਖਜ਼ਾਨਾ ਹੈ। ਮੈਂ ਇਗਨੋਰੈਂਟ ਹੀ ਰਿਹਾ, ਮੈਂ ਵਿਚਾਰਿਆ ਹੀ ਨਹੀਂ। ਕਿਤਨੀ ਸਵਾਦਲੀਆਂ ਗੱਲਾਂ ਆਉਂਦੀਆਂ ਨੇ। ते लोका में शब्द रविया है। ते लोका, तीन लोकों में, तीन लोक आम तौर पर अर्थ लिखे होंगे ने, खंड पताल जा पाताल मय्यल और इस धरती नूं। इस तरीके दे नाल सुरग मच प्याल, ये तीन खंड कहे जाते हैं, तीन भवन कहे जाते हैं। साध संगत जी, आसमान ते रब जी का शब्द वज रहा कि नहीं वज रहा, नरकां विच या पताल विच वज रहा कि नहीं वज रहा, इहदा मैनूं नहीं कोई फायदा। मेरे अंदर इस देही में खंड मंडल पताला, मेरे अंदर तीन भवन ने। तां असीं जपजी साहिब विच समझिया सी, जदों मनु धर्मी गल्लां सुझदियां ने और किसी किसी जगह मैं धर्मी व्यवहार करदा हाँ, उहनूं आगास कहंदे ने, उहनूं महियल कहंदे ने। जल थल महियल। इस तरीके दे नाल जदों मैं अपने शरीर तो इस तरह विचारां सांझियां करदा और अपने लोक दे जीवन नूं जींदा, ये धरती दा, पर मेरे अंदर ना कई भैड़े ख्याल चलते हैं। भैड़े ख्यालों नूं पताला पताल लख भैड़े ख्याल कहते हैं। भैड़े ख्याल दुबे छुपे हुए, उन्हां नूं पताल कहते हैं। ए मेरे ना तीनों भवनां दे विचकार मेरे तीन थॉट प्रोसैस, तीन डज नॉट मीन थ्री, मेरे रोम रोम दे एक एक अंग नूं इस शब्द विच लवांगे। त्यो लोक में, तिन्ना लोकां विच शब्द सतगुर दी विजडम दा सुनिया वज पिया। आप गया, आपा वार दिता गया, ऐड़े नूं कन्ना बिंदी लगावांगे। मन मानिया, मन मान गया। मन ने आपा छड्ड दिता, सारे सुरत मतबूत फिक्स अप हो गए। जदों आपा नहीं ना छड्डदे आ, तब प्यो अपनी मर्जी करता है, माँ अपनी मर्जी करती है, बच्चे अपनी मर्जी करते हैं। बच्चे आपा नहीं ना छोड़ते, नहीं मम्मी मेरा होमवर्क है, मैं नहीं कुछ कर सकता, नहीं मेरे को अपने काम पे जाना है। पता नहीं क्या हर टाइम पापा मम्मी आवाज़ मारते रहते हैं, बोलते हैं देर से नहीं आना चाहिए, देर से नहीं आना चाहिए। इतने सारे लोग हैं, वो भी तो देर से आते हैं, उनके मम्मी पापा तो मना नहीं करते। जो बच्चा नहीं करता, वो आपा नहीं छड़ रहा, अपनी ईगो नहीं छड़ रहा, जो मेरा बड़ा मोस्ट इंपॉर्टेंट काम है, बस ए आपा छड्डिया। इनू कहते ने, जे रब नाल इकमिक होना चाहता, तेरा आपा छड्ड लै। आप गया, मन मानिया। सारी बॉडी च मन वालों लई विजडम दियां गूंजा पै गईयां। दैट्स हाउ वन मन ने ईगो छड्डी, सरेंडर किया, ते रब्बी इकमिकता की अवस्था बनी। अगे कहते ने, अपना कारज आप सवारे। आप ये वही है जिसने ऊपर कृपा अडॉप्ट की सी। कौन है? मन। ये आप दा मैना रब जी नहीं है। कई जगह आप, कई जगह तू आएगा और कई जगह मन दे नन्हे नूं सिहारी आएगी। है इस मन नूं, मन ने अपना काज आप सवारिया, होरन काज ना होई। मन ने मन लिया कि मैनू कूड़ियार हाँ, मैनू पैड़ी मत है, मैनू सुमत बख्शो। सत्संग जी, मेरे नाल इंज वापरदी है। कई लोग मेरे कोल आके बैठते हैं, पार्क विच, फ्लाइट विच, घरां विच आके गल पता ही करनगे, डॉलर का क्या दाम है, आजकल पॉलिटिक्स कैसे चल रही है, फलाने ने यह कह दिता, उन्हें इंज कर दिता, उहदे कर गुरमत की गल नहीं करनगे। क्यों? क्योंकि वो शो करेंगे गुरमत तो पता ही है। मैं हैरान होंदा, मैं एक एक शब्द दे के हैरान हो जाता, इधर इतनी जबरदस्त केमिस्ट्री है और ये बंदा इधर उधर दी गल्लां ही करी जा रहा है। क्यों? क्योंकि ओवर कॉन्फिडेंस है, मुझे तो सब कुछ मालूम ही है। इनू कबीर साहब कहते ने, मन जाने सब बात कबीर, मन जाने सब बात, जानत ही अवगुण करे, काहे की कुशला, हाथ दीप कुएं पर
ਜਦੋਂ ਭੁਲੇਖਾ ਪੈ ਗਿਆ ਮੈਨੂੰ ਸਭ ਕੁਝ ਪਤਾ ਹੈ, ਇਹ ਅਵਗੁਣ ਹੈ। ਦਿਸ ਇਜ਼ ਦਾ ਮਿਸਟੇਕ, ਦਿਸ ਇਜ਼ ਦਾ ਫਲॉ। ਇਹ ਸਾਰੇ ਅਵਗੁਣਾਂ ਦੀ ਜੜ ਹੈ। ਹੁਣ ਬਾਅਦ ਵਿੱਚ ਬੈਡ ਡੀਡਸ ਬਾਅਦ ਵਿੱਚ ਹੋਣਗੀਆਂ, ਅਵਗੁਣ ਬਾਅਦ ਵਿੱਚ ਹੋਣਗੇ। ਸਭ ਤੋਂ ਵੱਡਾ ਕੀ ਹੈ? ਮਨ ਜਾਣੈ ਸਭ ਬਾਤ, ਜਾਣਤ ਹੀ ਅਵਗੁਣ ਕਰੇ। ਹੁਣ ਇਹ ਮਿਸਟੇक्स कमिट करेगा, क्योंकि बिगेस्ट मिस्टेक कर बैठा है, मेरे को सब कुछ पता है। बस भुलेखा पै गया। गुरु साहब कहते ने आप गया मन मानिया अपना कारज सवार, होरन कारज ना होई। होर दूसरी अकलों के नाल नॉलेज के नाल कारज सिद्ध नहीं होएगा, रब नाल विआह नहीं होएगा। पैसा कमा सकता है, डिग्री ले सकता है, दुनिया नू रोब झाड़ सकता है, अपना राज चला सकता है, कुछ भी तू कित्थे भी जो भी प्रबंधकी च लगा होया है अपनी मन मर्जी कर सकता है। लेकिन अंदर दी रब दी इकमिकता दा, रब जी नाल आनंद कारज दा कारज नहीं हो सकता। होरन कारज ना होई, जित कारज सत संतोख दिया धर्म है, गुरमुख बूझे कोई। ओ वाला कारज कर जिहदे नाल सत संतोख दिया धर्म सिख जाइदा है। सो दोनों दिन के टॉपिक पता लगा रब नाल इकमिकता दा कारज कि सानू सत संतोख दिया धर्म, सबर, निम्रता, शीतलता, प्यार, मिठास, हमदर्दी दा जीवन आ जाता है। जिस दिन रब्बी गुण आ जाते हैं ना, इन्हां रब्बी गुणा दे बिना जो मेरा जीवन सी ना, उन्होंने कहते हैं वीण गुण कीते भगत ना होई। जे गुण कीते तो भगत हो रही है, करनी नहीं पैंदी। यू हैव टू बी प्रैक्टिकल बीइंग, भगत हो रही है। जित कारज सत संतोख दिया धर्म है, गुरमुख बूझे कोई। भंत नानक, नानक जी बोलते ने सबना का पीर एको सोए। वो पीर कौन बनया? रब जी। मीनस रब जी नाल इकमिक मन। मन केड़ा? हरजन ऐसा चाहिए जैसा हारी होए। जिहड़ा मन हरजन बन गया वो सारे इंद्रिय ज्ञान इंद्रिया का पिर बन गया, पति बन गया, विआह हो गया, आनंद कारज हो गया। गुरु साहब आनंद कारज सिखा रहे सी रब दे नाल विआह दा। अल्टीमेटली मेरे मन नूं अंदर लिया के विजडम दे के सियाणा सुचज्जा कर दिता और ये मत नूं कुचज्जी तो सुचज्जी कर दिता, अवगुणवंती तो सुहागवती कर दिता, गुणवंती कर दिता, इटरनल कर दिता। जिसनो नदर करे सा सुहागण होए। जिसनो दा अर्थ, जिसनो मतलब हु सोएवर, जिसकी सो भी नदर करेंगे, नहीं ने जिसनो नदर, नदर दे रारे नूं सियारी। जो मन, जो कोई भी मन सतगुर दी मत नूं लै लैंदा है, सतगुर दी मत दे नज़रिए नूं लै लैंदा है, वो इहदे अर्थ ने जिसनो नदर करे सा सुहागण होए। वो मत लैके जिस जिस इंद्रिय ज्ञान इंद्रिय नूं मत देंदा वो भी सुहागण हो जाते हैं, वो भी रब जी नाल इकमिक हो जाते हैं। उन्होंने जम नहीं मार सकता, आत्मक मौत नहीं सता सकती। अखां दा सूतक खत्म, कन्ना दा सूतक खत्म, जेबा दा सूतक खत्म, सारी इंद्रियां दा नैगेटिव्स खत्म, रब नाल इकमिक हो गए। सब जगह रब जी की मत आ गई, सारियां सुहागण हो गई। कौन? मेरियां सखियां। ਉਹਨੂੰ ਕਹਿੰਦੇ ਨੇ ਗਾਉ ਗਾਉ ਰੀ ਦੁਲਹਨੀ ਮੰਗਲ ਚਾਰਾ, ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ। ਰਾਜਾ ਰਾਮ ਪਤਾਰ ਵੀ ਨਿਕਲ ਆਏ, ਰੱਬ ਨਾਲ ਇਕਮਿਕ ਮਨ, ਸੁਹਾਗਣ ਵੀ ਸਮਝ ਆ ਗਈ, ਦੁਲਹਨੀ ਵੀ ਸਮਝ ਆ ਗਈ, ਇੰਦਰੀਆਂ ਵੀ ਸਮਝ ਆ ਗਈਆਂ, ਸਖੀਆਂ ਵੀ ਸਮਝ ਆ ਗਈਆਂ, ਗਾਵੋ ਗਾਵੋ ਕਾਮਣੀ ਵੀ ਸਮਝ ਆ ਗਈ। ਵਿਵੇਕ ਵਿਚਾਰ ਦਾ ਮਤਲਬ ਕੀ ਕਰਨਾ ਤੇ ਕੀ ਨਹੀਂ ਕਰਨਾ, ਵਿਵੇਕ ਵਿਚਾਰ ਨਾਲ ਜੀਣ ਲੱਗ ਪਏ। मन जिस जिस अंग दे विजडम की बारिश करता है वो ईच अंग सुहागन हो जाता है। कोई अंग आत्मक मौत नहीं मरदा है, तृष्णा दी वस भटकना खत्म हो जाती है।